ਗੁੱਡ ਮਾਰਨਿੰਗ ਆਲ ਆਫ ਯੂ। ਸੋ ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 6 ਤੋਂ ਲੈ ਕੇ 11 ਫੈਬ ਦਾ ਕਰੰਟ ਅਫੇਅਰ। ਕਾਫੀ ਇੰਪੋਰਟੈਂਟ ਨਿਊਜ਼ ਹੋਣਗੀਆਂ, ਸੋ ਵੀਡੀਓ ਨੂੰ ਕੰਪਲੀਟ ਤੁਸੀਂ ਵੇਖਿਓ। ਸੋ ਫਸਟ ਨਿਊਜ਼ ਆਪਣੀ ਹੈਗੀ ਆ ਪੰਜਾਬ ਤੋਂ ਰਿਲੇਟਡ। ਪੰਜਾਬ ਪੁਲਿਸ ਲਾਂਚੀ ਸੈਕਿੰਡ ਫੇਜ਼ ਆਫ ਆਪਰੇਸ਼ਨ ਪ੍ਰਹਾਰ। ਠੀਕ ਹੈ ਜੀ, ਫਸਟ ਫੇਜ਼ ਵੀ ਚਲਾਇਆ ਗਿਆ ਸੀ ਕਿ ਕਾਫੀ ਸਕਸੈਸਫੁਲ ਮੰਨਿਆ ਗਿਆ ਉਹ। ਸੋ ਸੈਕਿੰਡ ਫੇਜ਼ ਹੁਣੇ ਚਲਾਇਆ ਗਿਆ ਆਪਰੇਸ਼ਨ ਪ੍ਰਹਾਰ ਦਾ। ਇਹਦਾ ਪਰਪਸ ਕੀ ਹੈਗਾ? ਜੋ ਵਾਂਟਡ ਗੈਂਗਸਟਰਸ ਨੇ ਇਹਨਾਂ ਤੇ ਰੇਡ ਕਰਨੀ, ਠੀਕ ਹੈ, ਇਹਨਾਂ ਨੂੰ ਫੜਨਾ, ਜੋ ਵੀ ਵੈਪਨਸ ਹੈ ਉਹ ਫੜਨੇ। ਐਂਡ ਇਹ ਜੋ ਪ੍ਰੋਜੈਕਟ ਆਪਣਾ ਹੈਗਾ ਉਹ 72 ਆਵਰਸ ਯਾਨੀ ਕਿ 3 ਦਿਨ ਲੰਬਾ ਚੱਲੂਗਾ। ਸੈਕਿੰਡ ਇਜ਼ ਵੀਰਾਂਗਨਾ ਦੁਰਗਾਵਤੀ ਟਾਈਗਰ ਰਿਜ਼ਰਵ ਨਿਊਜ਼ ਦੇ ਵਿੱਚ ਸੀਗਾ। ਕਾਰਨ ਕੀ ਸੀਗਾ ਨਿਊਜ਼ ਦੇ ਵਿੱਚ ਰਹਿਣ ਦਾ? ਕਿ ਇੱਥੇ ਇੱਕ ਇਰੀਗੇਸ਼ਨ ਪ੍ਰੋਜੈਕਟ ਹੈਗਾ, ਕੋਪਰਾ ਮੀਡੀਅਮ ਇਰੀਗੇਸ਼ਨ ਪ੍ਰੋਜੈਕਟ। ਠੀਕ ਹੈ ਜੀ। ਸੋ ਇਸ ਪ੍ਰੋਜੈਕਟ ਲਈ ਜੋ ਹੈ ਉਹ 272 ਹੈਕਟੇਅਰ ਆਫ ਫੋਰੈਸਟ ਲੈਂਡ ਨੂੰ ਕਲੀਅਰ ਕੀਤਾ ਜਾ ਰਿਹਾ ਹੈਗਾ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ ਤੁਹਾਨੂੰ ਇਹਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਹੈ ਕਿ ਟਾਈਗਰ ਰਿਜ਼ਰਵ ਕਿਹੜੀ ਸਟੇਟ ਦੇ ਵਿੱਚ ਲਾਈ ਕਰਦਾ ਹੈਗਾ। ਸੋ ਇਹ ਲਾਈ ਕਰਦਾ ਹੈਗਾ ਮੱਧ ਪ੍ਰਦੇਸ਼ ਦੇ ਵਿੱਚ। ਇਹਦੇ ਨਾਲ ਹੀ ਇਹਦੇ ਵਿੱਚ ਇੱਕ ਮੈਂਸ਼ਨ ਹੈਗਾ ਨੋਰਾ ਦੇਹੀ ਵਾਈਲਡ ਲਾਈਫ ਸੈਂਚੁਰੀ ਐਂਡ ਦੁਰਗਾਵਤੀ ਵਾਈਲਡ ਲਾਈਫ ਸੈਂਚੁਰੀ। ਇਹ ਵੀ ਦੋਵੇਂ ਕਿੱਥੇ ਲਾਈ ਕਰਦੇ ਨੇ? ਮੱਧ ਪ੍ਰਦੇਸ਼ ਦੇ ਵਿੱਚ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਜਾਪਾਨ। ਸਾਨੇ ਤਕਾਚੀ became Japan's first woman prime minister। ਠੀਕ ਹੈ, ਅੱਜ ਰੀਸੈਂਟਲੀ ਉੱਥੇ VOTING ਹੋਈ ਸੀਗੀ ਐਂਡ ਉੱਥੇ ਫਸਟ ਵੂਮਨ ਪ੍ਰਾਈਮ ਮਿਨਿਸਟਰ ਚੁਣੀ ਗਈ ਹੈ। ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਹੈ। ਨੈਕਸਟ ਇਜ਼ ਮੂਡੀਜ਼ ਰੇਟਿੰਗ। ਮੂਡੀਜ਼ ਰੇਟਿੰਗਸ ਨੇ ਇੰਡੀਆ ਦੀ ਗਰੋਥ ਨੂੰ ਫੋਰਕਾਸਟ ਕੀਤਾਗਾ ਟੂ 6.4% ਇਨ ਫਾਈਨੈਂਸ਼ੀਅਲ ਈਅਰ 2027 ਦੇ ਵਿੱਚ। ਕਿ ਜੋ ਵੀ ਆਪਣੀ G20 ਕੰਟਰੀਜ਼ ਹੈ ਉਹਦੇ ਵਿੱਚ ਇੰਡੀਆ ਦੀ ਜੋ ਗਰੋਥ ਹੈਗੀ ਹੈ ਉਹ ਫਾਸਟੈਸਟ ਰਹੂਗੀ ਐਂਡ ਕਿੰਨੀ ਰਹੂਗੀ? 6.4% ਰਹੂਗੀ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਇਜ਼ ਡੇ ਤੋਂ ਰਿਲੇਟਡ ਆਪਣਾ ਕੁਐਸਚਨ ਹੈ ਇੰਟਰਨੈਸ਼ਨਲ ਐਪੀਲੈਪਸੀ ਡੇ। ਇਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ? 9 ਫੈਬਰਰੀ ਨੂੰ। ਠੀਕ ਹੈ, ਇਸ ਬਾਰੇ 9 ਫੈਬਰਰੀ ਨੂੰ ਸੈਲੀਬ੍ਰੇਟ ਕੀਤਾ ਗਿਆ। ਵੈਸੇ ਸੈਕਿੰਡ ਮੰਡੇ ਆਫ ਫੈਬਰਰੀ ਇਜ਼ ਸੈਲੀਬ੍ਰੇਟਡ ਐਜ਼ ਇੰਟਰਨੈਸ਼ਨਲ ਐਪੀਲੈਪਸੀ ਡੇ, ਯਾਨੀ ਕਿ ਫੈਬਰਰੀ ਦਾ ਜੋ ਵੀ ਸੈਕਿੰਡ ਮੰਡੇ ਹੁੰਦਾ ਉਹਨੂੰ ਆਪਾਂ ਇੰਟਰਨੈਸ਼ਨਲ ਐਪੀਲੈਪਸੀ ਡੇ ਸੈਲੀਬ੍ਰੇਟ ਕਰਦੇ ਹਾਂ। ਐਪੀਲੈਪਸੀ ਕੀ ਹੁੰਦਾ ਹੈ? ਇਸ ਇਜ਼ ਅ ਡਿਸਆਰਡਰ ਜੋ ਆਪਾਂ ਲੋਕਲ ਲੈਂਗੁਏਜ ਦੇ ਵਿੱਚ ਕਹਿ ਦਿੰਦੇ ਮਿਰਗੀ ਦਾ ਦੌਰਾ ਪੈ ਗਿਆ। ਠੀਕ ਹੈ, ਉਹਨੂੰ ਕਹਿ ਦਿੰਦੇ ਐਪੀਲੈਪਸੀ। ਠੀਕ ਹੈ ਜੀ, ਇੱਕ ਬ੍ਰੇਨ ਡਿਸਆਰਡਰ ਹੁੰਦਾ। ਸੋ ਉਹਦੀ ਅਵੇਅਰਨੈਸ ਨੂੰ ਇਨਕਰੀਜ਼ ਕਰਨ ਲਈ ਜੋ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ। ਨੈਕਸਟ ਇਜ਼ ਰਿਲੇਟਡ ਟੂ ਪਰਸਨ ਹੈ ਹਿਊਜ ਗਾਂਜ਼ੇਰ। ਇਹ ਟਰੈਵਲ ਰਾਈਟਰ ਸੀਗੇ, ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ। ਠੀਕ ਹੈ, ਇੰਪੋਰਟੈਂਟ ਆਪਣੇ ਲਈ ਕਿਉਂ ਹੈਗੀ ਆ? ਕਿਉਂਕਿ ਇਹਨਾਂ ਨੂੰ 2025 ਦੇ ਵਿੱਚ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਸੀਗਾ। ਕਿਹੜੀ ਫੀਲਡ ਦੇ ਵਿੱਚ ਦਿੱਤਾ ਗਿਆ ਸੀਗਾ? ਲਿਟਰੇਚਰ ਐਂਡ ਐਜੂਕੇਸ਼ਨ ਦੇ ਵਿੱਚ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਵੂਮੈਨਸ ਪ੍ਰੀਮੀਅਰ ਲੀਗ। ਠੀਕ ਹੈ, ਇਹਦੇ ਵਿੱਚ ਜੋ ਰਾਇਲ ਚੈਲੰਜਰਸ ਬੈਂਗਲੌਰ ਹੈ ਉਹਨਾਂ ਨੇ ਟਾਈਟਲ ਜਿੱਤਿਆਗਾ ਸੈਕਿੰਡ ਟਾਈਮ ਐਂਡ ਕਿਹਨਾਂ ਨੂੰ ਹਰਾਏਗਾ? ਦਿੱਲੀ ਕੈਪੀਟਲਸ ਨੂੰ ਹਰਾਏਗਾ। ਸੋ ਜਿਵੇਂ ਆਪਾਂ ਮੈਨਸ ਕੈਟਾਗਰੀ ਦੇ ਵਿੱਚ IPL ਦੇਖਦੇ ਆ, ਉਵੇਂ ਹੀ ਵੂਮਨ ਕੈਟਾਗਰੀ ਦੇ ਵਿੱਚ ਕੀ ਹੁੰਦਾ? ਵੂਮਨ ਪ੍ਰੀਮੀਅਰ ਲੀਗ ਹੁੰਦਾ। ਠੀਕ ਹੈ, ਸੋ ਇਸ ਵਾਰ ਦੇ ਵਿਜੇਤਾ ਕੌਣ ਰਹੇ ਆ? RCB ਰਹੀ ਹੈ। ਮੈਨੂੰ ਮੈਨਸ ਕੈਟਾਗਰੀ ਦੇ ਵਿਜੇਤਾ ਤੁਸੀਂ ਦੱਸਣਾਗਾ ਕਮੈਂਟ ਸੈਕਸ਼ਨ ਦੇ ਵਿੱਚ। ਕੈਪਟਨ ਕੌਣ ਸੀਗੇ RCB ਦੇ? ਸਮ੍ਰਿਤੀ ਮੰਧਾਨਾ। ਇਹਨਾਂ ਨੂੰ ਔਰੇਂਜ ਕੈਪ ਦਿੱਤੀ ਗਈ ਹੈ। ਔਰੇਂਜ ਕੈਪ ਉਹਨਾਂ ਨੂੰ ਦਿੱਤੀ ਜਾਂਦੀ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਰਨ ਹੁੰਦੇ ਆ। ਪਰਪਲ ਕੈਪ ਕਿਹਨਾਂ ਨੂੰ ਦਿੱਤੀ ਜਾਂਦੀ ਹੈ? ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਵਿਕਟ ਹੁੰਦੇ ਆ। ਕਿਹਨਾਂ ਨੂੰ ਦਿੱਤਾ ਗਿਆ? ਸੋਫੀ ਡੇਵਿਨ ਨੂੰ। ਐਂਡ ਗੁਜਰਾਤ ਟਾਈਟਨ ਦੀ ਪਲੇਅਰ ਸੀਗੀ। ਠੀਕ ਹੈ, ਇਹਨਾਂ ਨੂੰ ਪਰਪਲ ਕੈਪ, ਪਲੇਅਰ ਆਫ ਟੂਰਨਾਮੈਂਟ ਐਂਡ ਮੋਸਟ ਵੈਲਿਊਏਬਲ ਪਲੇਅਰ ਦਾ ਰੈਂਕ ਦਿੱਤਾ ਗਿਆ WPL ਰੈਂਕਿੰਗ ਦੇ ਵਿੱਚ। ਨੈਕਸਟ ਇਜ਼ ਵਰਲਡ ਡਿਫੈਂਸ ਸ਼ੋ। ਪਤਾ ਹੋਣਾ ਚਾਹੀਦਾ ਕਿੱਥੇ ਹੋ ਰਿਹਾ ਹੈਗਾ? ਰਿਆਦ, ਸਾਊਦੀ ਅਰੇਬੀਆ ਦੇ ਵਿੱਚ ਹੋ ਰਿਹਾ ਹੈਗਾ। ਇੱਥੇ ਵੱਖ-ਵੱਖ ਕੰਟਰੀਜ਼ ਜੋ ਪਾਰਟਿਸਿਪੇਟ ਕਰਨਗੀਆਂ ਐਂਡ ਉਹਨਾਂ ਦੀ ਜੋ ਵੀ ਡਿਫੈਂਸ ਕੈਪੇਬਿਲਿਟੀਜ਼ ਹੈ ਉਹਨਾਂ ਨੂੰ ਸ਼ੋ ਕਰਨਗੀਆਂ। ਠੀਕ ਹੈ ਜੀ। ਨੈਕਸਟ ਇਜ਼ ਕਲਾਊਡ ਸੀਡਿੰਗ ਲੇਕ ਉਰਮੀਆ ਦੇ ਵਿੱਚ ਕੀਤੀ ਗਈ ਹੈ। ਆਪਾਂ ਨੂੰ ਪਤਾ ਹੋਣਾ ਚਾਹੀਦਾ ਲੇਕ ਉਰਮੀਆ ਕਿੱਥੇ ਹੈ? ਲੇਕ ਉਰਮੀਆ ਜੋ ਹੈ ਈਰਾਨ ਦੇ ਵਿੱਚ ਹੈਗੀ ਹੈ ਐਂਡ ਵਨ ਆਫ ਦੀ ਲਾਰਜੈਸਟ ਇਨਲੈਂਡ ਲੇਕ ਹੈਗੀ ਹੈ। ਇਨਲੈਂਡ ਲੇਕ ਹੈਗੀ, ਇਹਦਾ ਮਤਲਬ ਕਿ ਇਹਦਾ ਪਾਣੀ ਕਿਹੋ ਜਿਹਾ ਹੋਊਗਾ? ਸਲੀਨ ਹੋਊਗਾ। ਕਿਉਂ? ਕਿਉਂਕਿ ਇਹਦਾ ਪਾਣੀ ਕਿਸੇ ਵੀ ਓਸ਼ੀਅਨ ਦੇ ਵਿੱਚ, ਕਿਸੇ ਵੀ ਸੀ ਦੇ ਵਿੱਚ ਜੋ ਹੈ ਜਾਂ ਫਿਰ ਰਿਵਰ ਦੇ ਵਿੱਚ ਡਰੇਨ ਨਹੀਂ ਹੋ ਰਿਹਾ, ਮਿਲ ਨਹੀਂ ਰਿਹਾਗਾ। ਸੋ ਪਾਣੀ ਖੜਿਆਗਾ, ਜੋ ਖੜੇ ਹੋਏ ਪਾਣੀ ਹੁੰਦਾ ਉਹ ਹਮੇਸ਼ਾ ਕੀ ਹੁੰਦਾ? ਸੋਲਟੀ ਵਾਟਰ ਹੁੰਦਾ। ਠੀਕ ਹੈ ਜੀ। ਸੋ ਲੇਕ ਉਰਮੀਆ ਤੁਸੀਂ ਯਾਦ ਰੱਖਣਾ ਈਰਾਨ ਦੇ ਵਿੱਚ ਹੈ। ਇੱਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਰੀਸੈਂਟਲੀ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਕੀਤੀ ਗਈ ਸੀਗੀ। ਸੋ ਉਹਦੇ ਵਿੱਚ ਕਿਹੜੇ ਕੈਮੀਕਲਸ ਆਪਾਂ ਯੂਜ਼ ਕਰਦੇ? ਕਾਫੀ ਇੰਪੋਰਟੈਂਟ ਆਪਣੇ ਲਈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਜੇ ਕਿਸੇ ਨੂੰ ਨਹੀਂ ਪਤਾ ਤਾਂ ਆਪਣਾ ਨੈਟ ਤੇ ਤੁਸੀਂ ਵੇਖ ਕੇ ਦੱਸਿਓ ਜ਼ਰੂਰ। ਨੈਕਸਟ ਇਜ਼ ਵੋਲਕੈਨੋ ਤੋਂ ਰਿਲੇਟਡ ਨਿਊਜ਼ ਹੈਗੀ ਆ ਚਿੰਚੋਨ ਵੋਲਕੈਨੋ ਸ਼ੋ ਸਾਈਨ ਆਫ ਹਾਈਡਰੋਥਰਮਲ ਐਕਟੀਵਿਟੀ। ਠੀਕ ਹੈ ਜੀ, ਇਹ ਵੋਲਕੈਨੋ ਦੀ ਲੋਕੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਸੋ ਇਹ ਕਿੱਥੇ ਲੋਕੇਟ ਕਰਦਾ ਹੈਗਾ? ਮੈਕਸੀਕੋ ਦੇ ਵਿੱਚ ਇਹ ਵੋਲਕੈਨੋ ਹੈਗਾ। ਨੈਕਸਟ ਨਿਊਜ਼ ਇਜ਼ ਸਪੋਰਟਸ ਰਿਲੇਟਡ ਨਿਊਜ਼ ਹੈਗੀ ਹੈ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦਾ ਜੋ ਖਿਤਾਬ ਹੈਗਾ ਅੰਡਰ 19 ਵੂਮੈਨਸ ਦਾ, ਉਹ ਕਿਹਨੇ ਜਿੱਤਿਆ ਹੈਗਾ? ਇੰਡੀਆ ਨੇ ਜਿੱਤਿਆ ਹੈਗਾ। ਕਿਹਨੂੰ ਹਰਾਇਆ? ਬੰਗਲਾਦੇਸ਼ ਨੂੰ ਹਰਾਇਆ। ਠੀਕ ਹੈ ਜੀ। ਨੈਕਸਟ ਇਜ਼ ਅਗੇਨ ਮੈਨਸ ICC ਅੰਡਰ 19 ਵਰਲਡ ਕੱਪ ਹੋਇਆ ਸੀਗਾ ਰੀਸੈਂਟਲੀ ਐਂਡ ਉਹ ਕਿਹਨੇ ਜਿੱਤਿਆ ਹੈਗਾ? ਅਗੇਨ ਇੰਡੀਆ ਨੇ ਜਿੱਤਿਆ ਹੈਗਾ। ਐਂਡ ਕਿੱਥੇ ਹੋਇਆ ਸੀਗਾ ਅੰਡਰ 19 ICC ਵਰਲਡ ਕੱਪ? ਇਹ ਹੋਇਆ ਸੀਗਾ ਜ਼ਿੰਬਾਬਵੇ ਐਂਡ ਨਾਮੀਬੀਆ ਦੇ ਵਿੱਚ। ਠੀਕ ਹੈ ਜੀ। ਇਹ ਜੋ ਟੂਰਨਾਮੈਂਟ ਹੁੰਦਾ T20 ਦਾ,
ਇਹ ਐਵਰੀ ਅਲਟਰਨੇਟ ਈਅਰ ਹੁੰਦਾ, ਮਤਲਬ ਕਿ 1 ਸਾਲ ਛੱਡ ਕੇ ਜੋ ਹੈ ਇਹ ਇਵੈਂਟ ਹੁੰਦਾ ਗਾ। ਇੰਡੀਆ ਨੇ ਖਿਤਾਬ ਜਿੱਤਿਆ ਗਾ ਐਂਡ 6th ਟਾਈਮ ਇਹ ਖਿਤਾਬ ਇੰਡੀਆ ਨੇ ਜਿੱਤਿਆ ਗਾ, ਜੋ ਅੰਡਰ 19 ਟੀਮ ਆਪਣੀ ਹੈਗੀ ਆ। ਠੀਕ ਹੈ ਜੀ। ਉਸ ਤੋਂ ਬਾਅਦ 2024 ਦੇ ਵਿੱਚ ਜੋ ਇਹ ਵਰਲਡ ਕੱਪ ਹੋਇਆ ਸੀਗਾ ਉਹਦੇ ਵਿਨਰ ਸੀਗੇ ਆਸਟ੍ਰੇਲੀਆ ਐਂਡ ਹੋਸਟ ਕਿਹਨੇ ਕੀਤਾ ਸੀਗਾ? ਸਾਊਥ ਅਫਰੀਕਾ ਨੇ। ਸੋ ਇਹਦੇ ਵਿੱਚ ਤੁਸੀਂ ਇਹ ਵੀ ਯਾਦ ਰੱਖਣਾ ਕਿਹਨੇ ਜਿੱਤਿਆਗਾ, ਕਿਹਨਾਂ ਨੇ ਹੋਸਟ ਕੀਤਾ ਸੀਗਾ, ਇਹ ਵੀ ਯਾਦ ਰੱਖਣਾ ਹੈ। ਐਂਡ ਇੰਡੀਆ ਦਾ ਕਿਹੜਾ ਟਾਈਟਲ ਹੈਗਾ? 6th ਟਾਈਟਲ ਹੈਗਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਗੋਆ ਬਿਕੇਮ ਸੈਕਿੰਡ ਸਟੇਟ ਟੂ ਪਬਲਿਸ਼ ਦੀ ਕੰਪਰੀਹੈਂਸਿਵ ਸਟੇਟ ਲੈਵਲ ਬਰਡ ਐਟਲਸ ਆਫਟਰ ਕੇਰਲਾ। ਸੋ ਕੇਰਲ ਸਟੇਟ ਜੋ ਫਸਟ ਸਟੇਟ ਸੀ ਕਿ ਜਿਹਨੇ ਬਰਡ ਐਟਲਸ ਜੋ ਪਬਲਿਸ਼ ਕੀਤਾ ਸੀਗਾ ਵੀ ਉਹਨਾਂ ਦੀ ਸਟੇਟ ਦੇ ਵਿੱਚ ਕਿਹੜੇ ਕਿਹੜੇ ਬਰਡਸ ਜਿਹੜੇ ਨਾ ਪਾਏ ਜਾਂਦੇ ਨੇ। ਸੋ ਹੁਣ ਗੋਆ ਜੋ ਸੈਕਿੰਡ ਸਟੇਟ ਬਣ ਗਈ ਇਹੋ ਜਿਹਾ ਬਰਡ ਐਟਲਸ ਪਬਲਿਸ਼ ਕਰਨ ਵਾਲੀ। ਨੈਕਸਟ ਇਜ਼ ਕੋਂਡਾਵੇਡੂ ਫੋਰਟ ਨਿਊਜ਼ ਦੇ ਵਿੱਚ ਸੀਗਾ, ਸਿਰਫ ਤੁਸੀਂ ਇੰਨਾ ਯਾਦ ਰੱਖਣਾ ਇਹਦੀ ਲੋਕੇਸ਼ਨ ਕੀ ਹੈ, ਆਂਧਰ ਪ੍ਰਦੇਸ਼ ਦੇ ਵਿੱਚ ਹੈ। ਇਹਦੇ ਵਿੱਚ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ, ਸੋ ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਨੈਕਸਟ ਨਿਊਜ਼ ਇਜ਼ ਆਪਰੇਸ਼ਨ ਸ਼ਸਤਰ। ਆਪਰੇਸ਼ਨ ਸ਼ਸਤਰ ਕਿਹਨੇ ਲਾਂਚ ਕੀਤਾ? ਦਿੱਲੀ ਪੁਲਿਸ ਨੇ ਲਾਂਚ ਕੀਤਾ ਗਾ। ਪਰਪਸ ਕੀ ਹੈ ਕਿ ਕੁਝ ਜੋ ਯੰਗਸਟਰਸ ਨੇ ਉਹ ਆਪਣੀ ਸੋਸ਼ਲ ਮੀਡੀਆ ਤੇ ਪਿਕਸ ਪਾਉਂਦੇ ਆ ਵੈਪਨਸ ਦੇ ਨਾਲ। ਸੋ ਉਸ ਚੀਜ਼ ਨੂੰ ਟੈਕਲ ਕਰਨ ਲਈ ਜੋ ਹੈ ਆਪਰੇਸ਼ਨ ਸ਼ਸਤਰ ਚਲਾਇਆ ਗਾ ਦਿੱਲੀ ਪੁਲਿਸ ਨੇ। ਠੀਕ ਹੈ ਜੀ। ਨੈਕਸਟ ਇਜ਼ Alwar district of Rajasthan became India's first fully insured district under the Insurance for All by 2047 roadmap. So Indian government ਦਾ ਇੱਕ roadmap ਹੈਗਾ ਜੀ Insurance for All 2047 ਟਾਰਗੇਟ ਤੁਸੀਂ ਯਾਦ ਰੱਖਣਾ ਕਦੋਂ ਤੱਕ ਹੈਗਾ? 2047 ਤੱਕ ਇੰਸ਼ੋਰੈਂਸ ਦੇਣਾ ਸਾਰਿਆਂ ਨੂੰ। ਉਹਦੇ ਵਿੱਚ ਜੋ ਰਾਜਸਥਾਨ ਦਾ ਅਲਵਰ ਡਿਸਟ੍ਰਿਕਟ ਹੈ ਉਹ ਪਹਿਲਾ ਇਹੋ ਜਿਹਾ ਡਿਸਟ੍ਰਿਕਟ ਬਣਿਆ ਜੋ ਕਿ ਫੁੱਲੀ ਇੰਸ਼ੋਰਡ ਡਿਸਟ੍ਰਿਕਟ ਹੈਗਾ। ਠੀਕ ਹੈ ਜੀ। ਐਂਡ ਇਹਦੇ ਵਿੱਚ ਜੋ ਆਪਣੀ ਜੋ 2047 ਵਾਲਾ ਰੋਡ ਮੈਪ ਹੈਗਾ ਇਹ ਜੁਆਇੰਟ ਇਨੀਸ਼ੀਏਟਿਵ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਐਂਡ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਦਾ ਅੰਡਰ ਦੀ ਮਿਨਿਸਟਰੀ ਆਫ ਫਾਈਨੈਂਸ। ਠੀਕ ਹੈ ਜੀ। ਸੋ ਕਿਹੜੀ ਮਿਨਿਸਟਰੀ ਇਹਦੇ ਵਿੱਚ ਕੰਮ ਕਰ ਰਹੀ ਹੈ? IRDI, ਇਹ ਵੀ ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਡਾਲਮਾ ਵਾਈਲਡ ਸੈਂਚੁਰੀ ਨਿਊਜ਼ ਦੇ ਵਿੱਚ ਸੀਗੀ, ਇਹ ਕਿੱਥੇ ਲਾਈ ਕਰਦੀ ਹੈ? ਝਾਰਖੰਡ ਦੇ ਵਿੱਚ। ਨੈਕਸਟ ਇਜ਼ ਵੀਓ ਚਿਦੰਬਰਨਾਰ ਪੋਰਟ, ਇਹ ਤਮਿਲਨਾਡੂ ਦੇ ਵਿੱਚ ਪੋਰਟ ਹੈਗੀ ਆ। has become the first port in India to implement anti-drone system। ਠੀਕ ਹੈ ਜੀ, ਇਹ ਇੰਡੀਆ ਦੀ ਪਹਿਲੀ ਇਹੋ ਜਿਹੀ ਪੋਰਟ ਬਣ ਗਈ ਹੈ ਜਿਹਨੇ ਐਂਟੀ ਡਰੋਨ ਸਿਸਟਮ ਇੰਪਲੀਮੈਂਟ ਕੀਤਾ ਗਾ। ਮਤਲਬ ਕਿ ਇਹਦੇ ਆਸ-ਪਾਸ ਵਾਲੇ ਇਲਾਕੇ ਦੇ ਵਿੱਚ ਕੋਈ ਡਰੋਨ ਜੋ ਐਂਟਰ ਨਹੀਂ ਕਰ ਪਾਊਗਾ, ਇਹੋ ਜਿਹਾ ਸਿਸਟਮ ਇਹਨਾਂ ਨੇ ਐਸਟੈਬਲਿਸ਼ ਕੀਤਾ ਹੈ। ਸੋ ਇਹਦੀ ਲੋਕੇਸ਼ਨ ਤੁਸੀਂ ਯਾਦ ਰੱਖਣਾ ਹੈ, ਨਾਮ ਯਾਦ ਰੱਖਣਾ ਹੈ। ਨੈਕਸਟ ਇਜ਼ ਰਿਲੇਟਡ ਟੂ ਸਪੋਰਟਸ ਹੈ। Tejaswin Shankar clinches India's lone gold in Asian Indoor Athletic Championship held in China। ਸੋ ਸਭ ਤੋਂ ਪਹਿਲਾਂ ਏਸ਼ੀਅਨ ਇੰਡੋਰ ਐਥਲੈਟਿਕ ਚੈਂਪੀਅਨਸ਼ਿਪ ਕਿੱਥੇ ਹੋ ਰਹੀ ਸੀਗੀ? ਚਾਈਨਾ ਦੇ ਵਿੱਚ। ਐਂਡ ਇਹਦੇ ਵਿੱਚ ਇੰਡੀਆ ਦਾ ਇੱਕੋ ਗੋਲਡ ਆਇਆ, ਕਿਹਨਾਂ ਦਾ ਆਇਆ? ਤੇਜਸਵਿਨ ਸ਼ੰਕਰ ਦਾ ਗੋਲਡ ਆਇਆ, ਤੁਸੀਂ ਯਾਦ ਰੱਖਣਾ। ਐਂਡ ਇੰਡੀਆ ਦੀ ਕਿਹੜੀ ਪੋਜੀਸ਼ਨ ਰਹੀ ਹੈ? 6th ਪੋਜੀਸ਼ਨ ਰਹੀ ਹੈ। ਇੱਕ ਗੋਲਡ ਆਇਆ, 2 ਸਿਲਵਰ ਐਂਡ 2 ਬ੍ਰੌਂਜ਼। ਟੋਟਲ ਮੈਡਲਸ ਕਿੰਨੇ ਬਣਦੇ ਆ? 5। ਐਂਡ ਟੌਪ ਕਿੰਨੇ ਕੀਤਾ ਗਾ? ਚਾਈਨਾ ਨੇ ਇਹਦੇ ਵਿੱਚ ਟੌਪ ਕੀਤਾ ਗਾ। ਨੈਕਸਟ ਇਜ਼ ਕੋਪਰਨਿਕਸ Sentinel-2 ਮਿਸ਼ਨ ਬਾਈ ਯੂਰੋਪੀਅਨ ਸਪੇਸ ਏਜੰਸੀ ESA, ਇਹਦੀ ਫੁੱਲ ਫਾਰਮ ਹੈਗੀ ਯੂਰੋਪੀਅਨ ਸਪੇਸ ਏਜੰਸੀ। ਸੋ ESA ਦਾ ਇੱਕ ਮਿਸ਼ਨ ਹੈਗਾ ਜੀ ਕੋਪਰਨਿਕਸ Sentinel-2 ਮਿਸ਼ਨ। ਐਂਡ ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇਸ ਮਿਸ਼ਨ ਨੇ ਕੁਝ ਹਾਈ ਰੈਜ਼ੋਲੂਸ਼ਨ ਇਮੇਜਿਸ ਜੋ ਹੈ ਉਹ ਕਲਿੱਕ ਕੀਤੀਆਂ ਨੇ 2026 ਵਿੰਟਰ ਓਲੰਪਿਕਸ ਦੀਆਂ। ਠੀਕ ਹੈ ਜੀ। ਇਹ ਵਿੰਟਰ ਓਲੰਪਿਕਸ ਕਿੱਥੇ ਹੋ ਰਹੇ ਨੇ ਇਹ ਆਪਾਂ ਲਾਸਟ ਦੇ ਵਿੱਚ ਕਰਾਂਗੇ, ਇਸ ਨਿਊਜ਼ ਨੂੰ ਕਵਰ ਕਰਾਂਗੇ। ਨੈਕਸਟ ਇਜ਼ ਪੋਲ ਟੋਮਸ ਐਂਡਰਸਨ ਵਿਨਸ DGA ਯਾਨੀ ਕਿ ਡਾਇਰੈਕਟਰਸ ਗਿਲਡ ਆਫ ਅਮਰੀਕਾ ਅਵਾਰਡ ਫॉर ਵਨ ਬੈਟਲ ਆਫਟਰ ਅਨਦਰ। ਸੋ ਇਹਨਾਂ ਦੀ ਫਿਲਮ ਸੀਗੀ ਵਨ ਬੈਟਲ ਆਫਟਰ ਅਨਦਰ। ਇਸ ਫਿਲਮ ਲਈ ਜੋ ਹੈ ਪੋਲ ਟੋਮਸ ਐਂਡਰਸਨ ਨੂੰ DGA ਅਵਾਰਡ ਦਿੱਤਾ ਗਿਆ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਸ਼ਾਰਦਾ ਰਿਵਰ ਕੋਰੀਡੋਰ ਨਿਊਜ਼ ਦੇ ਵਿੱਚ ਸੀਗਾ। ਸ਼ਾਰਦਾ ਰਿਵਰ ਕੋਰੀਡੋਰ ਉੱਤਰਾਖੰਡ ਚੀਫ ਮਿਨਿਸਟਰ ਰੀਸੈਂਟਲੀ ਲੇਡ ਦੀ ਫਾਊਂਡੇਸ਼ਨ ਸਟੋਨ ਆਫ ਸ਼ਾਰਦਾ ਰਿਵਰ ਕੋਰੀਡੋਰ ਇਨ ਚੰਪਾਵਤ ਡਿਸਟ੍ਰਿਕਟ। ਠੀਕ ਹੈ ਜੀ। ਸੋ ਸ਼ਾਰਦਾ ਰਿਵਰ ਕਿੱਥੇ ਹੈਗੀ ਹੈ? ਉੱਤਰਾਖੰਡ ਦੇ ਵਿੱਚ ਹੈਗੀ ਹੈ। ਥੋੜਾ ਜਿਹਾ ਆਪਾਂ ਸ਼ਾਰਦਾ ਰਿਵਰ ਬਾਰੇ ਦੇਖ ਲੈਂਦੇ ਹਾਂ। ਇੱਕ ਟਰਾਂਸ ਬਾਉਂਡਰੀ ਰਿਵਰ ਹੈਗੀ ਹੈ ਇੰਡੀਆ ਐਂਡ ਨੇਪਾਲ ਦੇ ਵਿੱਚ। ਟਰਾਂਸ ਬਾਉਂਡਰੀ ਦਾ ਮਤਲਬ ਕੀ ਹੈਗਾ ਕਿ ਬਾਰਡਰ ਬਣਾਉਂਦੀ ਹੈ ਇੰਡੀਆ ਤੇ ਨੇਪਾਲ ਦੇ ਵਿੱਚ। ਠੀਕ ਹੈ ਜੀ। ਐਂਡ ਕਾਫੀ ਨਿਊਜ਼ ਦੇ ਵਿੱਚ ਰਹੀ ਸੀਗੀ ਪਹਿਲਾਂ ਵੀ ਇਹ। ਐਂਡ ਇਹ ਦਾ ਦੂਜਾ ਨਾਮ ਹੈਗਾ ਕਾਲੀ ਰਿਵਰ। ਠੀਕ ਹੈ। ਇਹ ਡਿਸਪਿਊਟ ਵੀ ਸੀਗਾ ਪਹਿਲਾਂ ਇੰਡੀਆ ਤੇ ਨੇਪਾਲ ਦੇ ਵਿੱਚ। ਠੀਕ ਹੈ ਜੀ। ਇਹਦੀ ਸ਼ੁਰੂਆਤ ਹੁੰਦੀ ਹੈ ਕਾਲੀ ਰਿਵਰ ਇਨ ਉੱਤਰਾਖੰਡ ਤੋਂ ਓਰੀਜਿਨੇਟ ਹੁੰਦੀ ਹੈ। ਦੈਨ ਇਹ ਸਾਊਥ ਵੈਸਟ ਫਲੋ ਕਰਦੀ ਹੈ ਐਂਡ ਬਾਉਂਡਰੀ ਬਣਾਉਂਦੀ ਹੈ ਨੇਪਾਲ ਐਂਡ ਉੱਤਰਾਖੰਡ ਦੇ ਵਿੱਚ। ਉਸ ਤੋਂ ਬਾਅਦ ਇਹੀ ਜੋ ਕਾਲੀ ਰਿਵਰ ਉਸ ਤੋਂ ਬਾਅਦ ਇਹਨੂੰ ਸ਼ਾਰਦਾ ਰਿਵਰ ਕਿਹਾ ਜਾਂਦਾ। ਸ਼ਾਰਦਾ ਰਿਵਰ ਜੋ ਹੈ ਉਹ ਗੱਗਰ ਰਿਵਰ ਨੂੰ ਜੁਆਇਨ ਕਰਦੀ ਹੈ ਯੂਪੀ ਦੇ ਵਿੱਚ। ਐਂਡ ਗੱਗਰ ਰਿਵਰ ਕਿਹਦੀ ਟ੍ਰਿਬਿਊਟਰੀ ਹੈ? ਗੰਗਾ ਦੀ। ਠੀਕ ਹੈ ਜੀ। ਐਂਡ ਇਹਦੀ ਟ੍ਰਿਬਿਊਟਰੀਜ਼ ਜ਼ਰੂਰ ਤੁਸੀਂ ਯਾਦ ਰੱਖਣੀ। ਟ੍ਰਿਬਿਊਟਰੀਜ਼ ਤੇ ਕੁਐਸਚਨ ਬਹੁਤ ਆਉਂਦੇ ਆ। ਜੋ ਸ਼ਾਰਦਾ ਰਿਵਰ ਹੈਗੀ ਹੈ ਇਹਦੀ ਟ੍ਰਿਬਿਊਟਰੀਜ਼ ਹੈਗੀ ਹੈ ਧੋਲੀ ਗੰਗਾ, ਗੋਰੀ ਗੰਗਾ ਐਂਡ ਸਰਯੂ ਰਿਵਰ। ਸਰਯੂ ਰਿਵਰ ਵੀ ਕਾਫੀ ਨਿਊਜ਼ ਦੇ ਵਿੱਚ ਰਹੀ ਸੀਗੀ ਪਿੱਛੇ।
ਸੋ ਇਹ ਕਿਹਦੀ ਟ੍ਰਿਬਿਊਟਰੀ ਹੈ? ਸ਼ਾਰਦਾ ਰਿਵਰ ਦੀ। ਨੈਕਸਟ ਇਜ਼ ਇਨਕੋਇਸ ਟੂ ਲਾਂਚ 3 ਨਿਊ ਓਸ਼ਨ ਇਨਫੋਰਮੇਸ਼ਨ ਸਰਵਿਸਿਜ਼। ਸੋ ਲਾਸਟ ਵੀਡੀਓ ਦੇ ਵਿੱਚ ਆਪਾਂ ਕਵਰ ਕੀਤਾ ਸੀਗਾ ਇਨਕੋਇਸ ਸੈਲੀਬ੍ਰੇਸ਼ਨ ਡੇ ਜੋ ਹੈ ਉਹ ਮਨਾਇਆ ਗਿਆ ਸੀਗਾ। ਮੈਨੂੰ ਡੇਟ ਤੁਸੀਂ ਮੈਂਸ਼ਨ ਕਰਨੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਦੋਂ ਆਪਾਂ ਸੈਲੀਬ੍ਰੇਟ ਕਰਦੇ ਹਾਂ। ਐਂਡ ਉਸੇ ਦਿਨ ਤੇ ਇਹਨਾਂ ਨੇ ਜੋ ਹੈ ਉਹ 3 ਨਿਊ ਐਪ ਲਾਂਚ ਕੀਤੀਆਂ ਨੇ। ਇਹਨਾਂ ਦਾ ਨਾਮ ਐਂਡ ਪਰਪਸ ਤੁਸੀਂ ਯਾਦ ਰੱਖਣਾ ਹੈ। ਸੋ ਫਸਟ ਐਪ ਇਜ਼ ਜੈਲੀ AIIP। ਇਹਦੀ ਫੁੱਲ ਫਾਰਮ ਹੈਗੀ ਹੈ ਜੈਲੀਫਿਸ਼ ਐਗਰੀਗੇਸ਼ਨ ਇਨਫੋਰਮੇਸ਼ਨ ਇੰਟਰੈਕਟਿਵ ਪੋਰਟਲ। ਸੋ ਇਟ ਇਜ਼ ਰਿਲੇਟਡ ਟੂ ਜੈਲੀਫਿਸ਼ ਜੋ ਆਪਾਂ ਕਈ ਵਾਰ ਬੀਚਿਸ ਤੇ ਵੇਖਦੇ ਹਾਂ, ਤੁਸੀਂ ਪਿਕਚਰਸ ਦੇ ਵਿੱਚ ਵੇਖਿਆ ਹੋਣਾ ਕਿ ਪਾਣੀ ਦੇ ਨਾਲ ਜੋ ਹੈ ਉਹ ਤੱਟ ਤੇ ਆ ਜਾਂਦੀ ਹੈ, ਜੋ ਬੀਚ ਤੇ ਆ ਜਾਂਦੀ ਹੈ, ਵਾਪਿਸ ਨਹੀਂ ਜਾ ਪਾਉਂਦੀ ਹੈ। ਸੋ ਉਹਦੇ ਨਾਲ ਰਿਲੇਟਡ ਹੈਗੀ ਹੈ ਜੈਲੀ AIIP ਐਪ। ਸੈਕਿੰਡ ਸਮੁੰਦਰ ਐਪ ਹੈਗੀ ਹੈ। ਇਹ ਅਰਲੀ ਵਾਰਨਿੰਗ ਸਿਸਟਮ ਹੈਗਾ ਫਿਸ਼ਰਮੈਨ ਨੂੰ, ਵੀ ਕਈ ਵਾਰ ਮੌਸਮ ਜਦੋਂ ਖਰਾਬ ਹੁੰਦਾ ਹੈਗਾ ਤਾਂ ਉਹਨਾਂ ਨੂੰ ਅਰਲੀ ਵਾਰਨਿੰਗ ਦਿੱਤੀ ਜਾਵੇ ਜੋ ਫਿਸ਼ਰਮੈਨ ਉੱਤੇ ਹੈਗੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਹੈਗੀ ਹੈ ਐਪ ਸਿਵਾਸ। ਇਹਦੀ ਫੁੱਲ ਫਾਰਮ ਹੈਗੀ ਹੈ ਸਵੈਲ ਸਰਜ ਇਨੰਡੇਸ਼ਨ ਵਲਨਰੇਬਿਲਿਟੀ ਐਡਵਾਈਜ਼ਰੀ ਸਿਸਟਮ। ਇਹ ਵੀ ਇੱਕ ਅਰਲੀ ਵਾਰਨਿੰਗ ਸਿਸਟਮ ਦੇ ਵਾਂਗੂ ਹੀ ਕੰਮ ਕਰੂਗਾ ਫਿਸ਼ਰਮੈਨਸ ਲਈ। ਨੈਕਸਟ ਇਜ਼ ਸ਼ਿਪ ਕਿਲਾ ਪਾਸ ਨਿਊਜ਼ ਦੇ ਵਿੱਚ ਸੀਗਾ। ਸੋ ਇੰਡੀਆ ਜੋ ਹੈ ਚਾਈਨਾ ਦੇ ਨਾਲ ਡਾਇਲੋਗ ਕਰ ਰਿਹਾ ਹੈਗਾ to explore the opening of additional route for the Kailash Mansarovar Yatra, including the possibility of using Shipkila Pass in Himachal Pradesh। ਠੀਕ ਹੈ ਜੀ। ਸੋ ਇਹਨੂੰ ਜੋ ਓਪਨ ਕੀਤਾ ਜਾਊਗਾ, ਇੰਡੀਆ ਐਂਡ ਚਾਈਨਾ ਦਾ ਜੋ ਡਾਇਲੋਗ ਚੱਲ ਰਿਹਾ ਹੈਗਾ। ਆਪਾਂ ਇਹਦੇ ਵਿੱਚ ਯਾਦ ਕੀ ਰੱਖਣਾ ਕਿ ਸ਼ਿਪਕਿਲਾ ਪਾਸ ਜੋ ਹੈ ਇਹਦੀ ਲੋਕੇਸ਼ਨ ਕਿੱਥੇ ਹੈ? ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਲਾਈ ਕਰਦਾ। ਇੱਥੇ ਬਾਕੀ ਸਾਰੇ ਪਾਸ ਵੀ ਹੈ, ਉਹ ਵੀ ਤੁਸੀਂ ਮੈਪ ਦੇ ਵਿੱਚ ਜ਼ਰੂਰ ਜੋ ਹੈ ਲੋਕੇਟ ਕਰਨੀ ਆ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼ ਹੈ ਥਵੇਟਸ ਗਲੇਸ਼ੀਅਰ। ਥਵੇਟਸ ਗਲੇਸ਼ੀਅਰ ਦੀ ਲੋਕੇਸ਼ਨ ਕੀ ਹੈਗੀ ਆ? ਵੈਸਟ ਅੰਟਾਰਕਟਿਕਾ ਦੇ ਵਿੱਚ ਲਾਈ ਕਰਦਾਗਾ। ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇਹ ਜੋ ਹੈ ਮੈਲਟ ਕਰ ਰਿਹਾਗਾ ਐਟ ਐਨ ਅਨਪ੍ਰੈਸੀਡੈਂਟਡ ਰੇਟ। ਕਾਫੀ ਜਲਦੀ ਜੋ ਹੈ ਮੈਲਟ ਹੋ ਰਿਹਾਗਾ। ਐਂਡ ਇਹਨੂੰ ਜੋ ਹੈ ਸਾਇੰਟਿਸਟ ਡੂਮਸਡੇ ਗਲੇਸ਼ੀਅਰ ਵੀ ਕੰਸੀਡਰ ਕਰਦੇ ਆ। ਇਹਦਾ ਪਰਪਸ ਕੀ ਹੈਗਾ ਕਿ ਜੇ ਇਹ ਗਲੇਸ਼ੀਅਰ ਮੈਲਟ ਹੁੰਦਾ ਹੈ ਤਾਂ ਸੀ ਲੈਵਲ ਬਹੁਤ ਜ਼ਿਆਦਾ ਰਾਈਜ਼ ਕਰੂਗਾ, ਜਿਹਦੇ ਕਰਕੇ ਜੋ ਕੋਸਟਲ ਕੰਟਰੀਜ਼ ਹੈ ਉਹ ਸਮਰਜ ਹੋ ਸਕਦੀਆਂ। ਇਸ ਕਰਕੇ ਇਹਨੂੰ ਜੋ ਹੈ ਡੂਮਸਡੇ ਗਲੇਸ਼ੀਅਰ ਵੀ ਜੋ ਹੈ ਕੰਸੀਡਰ ਕਰਦੇ ਨੇ। ਐਂਡ ਇਹਦਾ ਜੋ ਸਾਈਜ਼ ਹੈ, ਇਕੱਲੇ ਗਲੇਸ਼ੀਅਰ ਦਾ ਸਾਈਜ਼ ਹੈਗਾ ਗ੍ਰੇਟ ਬ੍ਰਿਟੇਨ ਜਿੰਨਾ। ਸੋ ਇੰਨਾ ਵੱਡਾ ਇੱਕ ਗਲੇਸ਼ੀਅਰ ਹੈ ਜੋ ਕਿ ਮੈਲਟ ਕਰ ਰਿਹਾਗਾ, ਜਿਸ ਤੋਂ ਖਤਰਾ ਕੀ ਹੈਗਾ ਕਿ ਸੀ ਲੈਵਲ ਜੋ ਹੈ ਆਪਣਾ ਕਾਫੀ ਹੱਦ ਤੱਕ ਰਾਈਜ਼ ਕਰੂਗਾ। ਨੈਕਸਟ ਇਜ਼ ਰਿਲੇਟਡ ਟੂ ਪਰਸਨ ਹੈ ਨਰਗਿਸ ਮੁਹੰਮਦੀ। ਇਹਨਾਂ ਨੂੰ 7 ਸਾਲ ਦੀ ਜੋ ਹੈ ਉਹ ਸੈਂਟੈਂਸ ਦਿੱਤੀ ਗਈ ਹੈ ਜੇਲ੍ਹ ਦੇ ਵਿੱਚ। ਪਹਿਲਾਂ ਇਹਨਾਂ ਨੂੰ ਆਲਰੇਡੀ 13.5 ਈਅਰ ਦੀ ਜੋ ਹੈ ਉਹ ਜੇਲ੍ਹ ਹੋ ਚੁੱਕੀ ਹੈ। ਅਨਦਰ 7 ਮੋਰ ਈਅਰਸ ਜੋ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ। ਐਂਡ ਇੰਪੋਰਟੈਂਟ ਕਿਉਂ ਹੈ ਆਪਣੇ ਲਈ? ਬਿਕੋਜ਼ ਜੋ ਨਰਗਿਸ ਮੁਹੰਮਦੀ ਹੈ ਇਹ ਨੋਬਲ ਪੀਸ ਪ੍ਰਾਈਜ਼ ਵਿਨਰ ਹੈਗੀ ਆ, ਠੀਕ ਹੈ ਜੀ। 2023 ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀਗਾ। ਕਾਹਦੇ ਲਈ ਦਿੱਤਾ ਗਿਆ ਸੀਗਾ? ਫॉर ਰਨਿੰਗ ਕੈਂਪੇਨ ਫॉर ਵੂਮਨਸ ਰਾਈਟਸ ਐਂਡ ਹਿਊਮਨ ਰਾਈਟਸ ਇਨ ਈਰਾਨ। ਸੋ ਈਰਾਨ ਦੇ ਵਿੱਚ ਜੋ ਵੂਮਨਸ ਰਾਈਟ ਐਂਡ ਹਿਊਮਨ ਰਾਈਟਸ ਹੈ ਉਹਨਾਂ ਦੇ ਲਈ ਕੈਂਪੇਨ ਕਰ ਰਹੇ ਸੀਗੀ, ਜਿਨ੍ਹਾਂ ਲਈ ਜੋ ਹੈ ਇਹਨਾਂ ਨੂੰ ਇਹ ਜੇਲ੍ਹ ਦਿੱਤੀ ਗਈ ਸੀਗੀ, ਠੀਕ ਹੈ ਜੀ। ਜੇਲ੍ਹ ਵੀ ਦਿੱਤੀ ਗਈ ਐਂਡ ਨੋਬਲ ਪੀਸ ਪ੍ਰਾਈਜ਼ ਵੀ ਦਿੱਤਾ ਗਿਆ। ਨੈਕਸਟ ਇਜ਼ ਸਪੈਸ਼ਲ ਇਕਨੋਮਿਕ ਪੈਕੇਜ ਆਫ $175 ਮਿਲੀਅਨ ਫॉर ਸੇਸ਼ਲਸ। ਸੋ ਇੰਡੀਆ ਨੇ ਜੋ ਹੈ $175 ਮਿਲੀਅਨ ਦਾ ਜੋ ਸਪੈਸ਼ਲ ਇਕਨੋਮਿਕ ਪੈਕੇਜ ਜੋ ਹੈ ਉਹ ਦਿੱਤਾਗਾ। ਕਿਹਨੂੰ? ਸੇਸ਼ਲਸ ਨੂੰ ਦਿੱਤਾ। ਆਪਣੇ ਲਈ ਇੰਪੋਰਟੈਂਟ ਕੀ ਹੈਗਾ? ਸੇਸ਼ਲਸ ਦੀ ਲੋਕੇਸ਼ਨ ਕਿੱਥੇ ਲਾਈ ਕਰਦਾ? ਇੰਡੀਅਨ ਓਸ਼ਨ ਦੇ ਵਿੱਚ ਲਾਈ ਕਰਦਾਗਾ, ਠੀਕ ਹੈ ਜੀ। ਇੱਥੇ ਤੁਸੀਂ ਵੇਖੋਗੇ ਇਹਦੀ ਕੈਪੀਟਲ ਕੀ ਹੈਗੀ ਹੈ? ਵਿਕਟੋਰੀਆ। ਇੱਥੇ ਮੈਡਾਗਾਸਕਰ ਹੈਗਾ, ਇੱਥੇ ਮੋਜ਼ੈਂਬਿਕ ਹੈਗਾ। ਇਹ ਆਪਣਾ ਸਾਰਾ ਕੀ ਆ ਜਾਊਗਾ? ਅਫਰੀਕਾ ਆ ਜਾਊਗਾ, ਠੀਕ ਹੈ। ਨੈਕਸਟ ਇਜ਼ 10th ਫੈਬਰਰੀ ਵਰਲਡ ਪਲਸਿਸ ਡੇ। ਇੰਪੋਰਟੈਂਟ ਆਪਣੇ ਲਈ 10 ਫਰਵਰੀ ਨੂੰ ਵਰਲਡ ਪਲਸਿਸ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ। ਐਂਡ ਇੰਡੀਆ ਜੋ ਹੈ ਲਾਰਜੈਸਟ ਪ੍ਰੋਡਿਊਸਰ ਹੈਗਾ ਪਲਸਿਸ ਦਾ। ਸੈਕਿੰਡ ਨੰਬਰ ਤੇ ਕੌਣ ਪ੍ਰੋਡਿਊਸ ਕਰਦਾ? ਕੈਨੇਡਾ। ਐਂਡ ਥਰਡ ਨੰਬਰ ਤੇ ਚਾਈਨਾ ਪ੍ਰੋਡਿਊਸ ਕਰਦਾਗਾ। ਇੰਡੀਆ ਦੇ ਵਿੱਚ ਵੀ ਜੇ ਆਪਾਂ ਸਟੇਟ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਜੋ ਹੈਗਾ, ਮੱਧ ਪ੍ਰਦੇਸ਼ ਟੋਟਲ ਪ੍ਰੋਡਕਸ਼ਨ ਦਾ 3/4 ਯਾਨੀ ਕਿ 75% ਜੋ ਹੈ ਟੋਟਲ ਪਲਸਿਸ ਪ੍ਰੋਡਕਸ਼ਨ ਦਾ ਮੱਧ ਪ੍ਰਦੇਸ਼ ਦੇ ਵਿੱਚ ਹੁੰਦਾਗਾ। ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਮਹਾਰਾਸ਼ਟਰ ਐਂਡ ਥਰਡ ਨੰਬਰ ਤੇ ਰਾਜਸਥਾਨ, ਠੀਕ ਹੈ ਜੀ। ਸੋ ਇੰਡੀਆ ਜੋ ਹੈ ਲਾਰਜੈਸਟ ਪ੍ਰੋਡਿਊਸਰ ਦੇ ਨਾਲ ਨਾਲ ਇੱਕ ਹੋਰ ਫੈਕਟ ਹੈਗਾ ਲਾਰਜੈਸਟ ਕੰਜ਼ਿਊਮਰ ਐਂਡ ਲਾਰਜੈਸਟ ਇੰਪੋਰਟਰ ਵੀ ਹੈਗਾ ਪਲਸਿਸ ਦਾ। ਕਿਉਂਕਿ ਆਪਾਂ ਦੇਖਦੇ ਹਾਂ ਕਿ ਆਪਣੇ ਪੰਜਾਬ ਹਰਿਆਣਾ ਹੋ ਗਿਆ, ਇੱਥੇ ਆਲਮੋਸਟ ਜੇ 3 ਟਾਈਮ ਆਪਾਂ ਸਬਜ਼ੀ ਬਣਾ ਰਹੇ ਤਾਂ ਇੱਕ ਟਾਈਮ ਜੋ ਦਾਲ ਹੁੰਦੀ ਹੈ। ਸੋ ਆਪਾਂ ਪ੍ਰੋਡਿਊਸਰ ਵੀ ਲਾਰਜੈਸਟ ਹੈਗੇ, ਕੰਜ਼ਿਊਮਰ ਵੀ ਆਪਾਂ ਲਾਰਜੈਸਟ ਹੈ ਐਂਡ ਇੰਪੋਰਟਰ ਵੀ ਆਪਾਂ ਸਭ ਤੋਂ ਜ਼ਿਆਦਾ ਕਰਦੇ ਹਾਂ ਪਲਸਿਸ ਨੂੰ। ਨੈਕਸਟ ਇਜ਼ 10 ਫਰਵਰੀ ਨੂੰ ਹੀ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਜਾਂਦਾ। ਸਿੰਪਲ ਫੈਕਟ ਹੈ, ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਆਉਂਦਾ ਭਾਰਤ ਟੈਕਸੀ। ਭਾਰਤ ਟੈਕਸੀ ਕੀ ਹੈਗਾ? ਜੋ ਅੱਜ ਆਪਾਂ ਦੇਖਦੇ ਹਾਂ ਓਲਾ ਹੋ ਗਿਆ, ਉਬਰ ਹੋ ਗਿਆ। ਇਹਦੇ ਵਿੱਚ ਕੀ ਹੁੰਦਾ ਹੈ, ਜੋ ਕੰਪਨੀ ਹੈਗੀ ਆ ਓਲਾ ਉਬਰ ਹੋ ਗਿਆ, ਉਹ ਕਮਿਸ਼ਨ ਲੈਂਦੀ ਹੈ ਡਰਾਈਵਰ ਤੋਂ। ਸੋ ਉਸ ਚੀਜ਼ ਨੂੰ ਰਿਪਲੇਸ ਕਰਨ ਲਈ ਜੋ ਭਾਰਤ ਟੈਕਸੀ ਲਾਂਚ ਕੀਤੀ ਗਈ ਹੈ। ਐਂਡ ਇਹ ਇੰਡੀਆ ਦੀ ਫਸਟ ਕੋਆਪਰੇਟਿਵ ਬੇਸਡ ਰਾਈਡ ਹੇਲਿੰਗ ਪਲੇਟਫਾਰਮ ਹੋਊਗਾ, ਠੀਕ ਹੈ ਜੀ। ਇਹਨੂੰ ਲਾਂਚ ਕੀਤਾ ਗਿਆ ਨਿਊ ਦਿੱਲੀ ਦੇ ਵਿੱਚ ਐਂਡ ਇਹਨੂੰ ਰਜਿਸਟਰ ਕੀਤਾ ਗਿਆ
ਮਲਟੀ ਸਟੇਟ ਕੋਆਪਰੇਟਿਵ ਸੋਸਾਇਟੀਜ਼ ਐਕਟ 2002। ਸੋ ਇਹਦੇ ਵਿੱਚ ਹੋਊਗਾ ਕਿ ਬੇਸਿਕਲੀ ਕਿ ਕੋਈ ਕਮਿਸ਼ਨ ਜੋ ਹੈ ਡਰਾਈਵਰ ਨੂੰ ਨਹੀਂ ਦੇਣਾ ਪਊਗਾ, ਜੋ ਡਰਾਈਵਰ ਹੋਊਗਾ ਉਹ ਹੀ ਓਨਰ ਹੋਊਗਾ ਟੈਕਸੀ ਦਾ ਐਂਡ ਉਹ ਸ਼ੇਅਰ ਹੋਲਡਰ ਵੀ ਹੋਊਗਾ, ਠੀਕ ਹੈ ਜੀ। ਐਂਡ ਇਹਨੂੰ ਬਣਾ ਕੌਣ ਰਿਹਾ, ਇਹ ਤੁਸੀਂ ਯਾਦ ਰੱਖਿਓ, ਨੈਸ਼ਨਲ ਈ ਗਵਰਨੈਂਸ ਡਿਵੀਜ਼ਨ ਜੋ ਹੈ ਇਹਦੇ ਵਿੱਚ ਕੰਮ ਕਰ ਰਹੀ ਹੈ। ਐਂਡ ਇਹਨੂੰ ਪ੍ਰਮੋਟ ਕੌਣ ਕਰ ਰਿਹਾ, ਮਤਲਬ ਫਾਈਨੈਂਸ ਕੌਣ ਕਰ ਰਿਹਾ ਹੈਗਾ। ਸੋ ਇਹਦੇ ਵਿੱਚ NCDC ਆਉਂਦੀ ਹੈ, ਨਾਬਾਰਡ ਆਪਣਾ ਆ ਜਾਊਗਾ ਐਂਡ NCL, ਜੋ ਇਹੋ ਜਿਹੇ ਕੁਝ ਇੰਸਟੀਟਿਊਸ਼ਨ ਹੈ ਜੋ ਇਹਨੂੰ ਫਾਈਨੈਂਸ ਕਰ ਰਹੇ ਨੇ। नेक्स्ट इज एक्सरसाइज वायु शक्ति। एक्सरसाइज वायु शक्ति, सो नाम तो ही क्लियर है वायु, तो इट इज रिलेटेड टू एयरफोर्स, ठीक है जी। ये एयरफोर्स की एक्सरसाइज है एंड कितने हो रही है, ये राजस्थान दे विच हो रही है, ठीक है, तुसी याद रखियो। नेक्स्ट इज ऑपरेशन किया। ऑपरेशन किया जो है जम्मू कश्मीर दे विच चलाया गया सीगा एंड जॉइंट काउंटर टेररिज्म ऑपरेशन सीगा जो कि जम्मू कश्मीर पुलिस इंडियन आर्मी ने मिलके चलाया सीगा, ठीक है। ਇਹਦੇ ਵਿੱਚ CRPF भी इन्वॉल्व ਸੀਗੀ। ਪਰਪਸ ਕੀ ਸੀਗਾ, ਟੂ ਨਿਊਟਰਲਾਈਜ਼ ਟੈਰਰਿਸਟ, ਠੀਕ ਹੈ ਜੀ। ਸੋ ਉੱਥੇ ਜੋ ਟੈਰਰਿਸਟ ਛੁਪੇ ਹੋਏ ਆ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਜੋ ਹੈ ਇਹ ਆਪਰੇਸ਼ਨ ਕੀਆ ਚਲਾਇਆ ਗਿਆ ਜੰਮੂ ਕਸ਼ਮੀਰ ਦੇ ਵਿੱਚ। ਨੈਕਸਟ ਇਜ਼ ਜੂਨੋ ਮਿਸ਼ਨ ਨਿਊਜ਼ ਦੇ ਵਿੱਚ ਸੀਗਾ। ਨਿਊਜ਼ ਦੇ ਵਿੱਚ ਕਿਉਂ ਸੀਗਾ, ਬਿਕੋਜ਼ ਰੀਸੈਂਟਲੀ ਸਾਇੰਟਿਸਟ ਨੇ ਇਹ ਚੀਜ਼ ਡਿਸਕਵਰ ਕੀਤੀ ਕਿ ਜੋ ਐਕਚੁਅਲ ਆਪਾਂ ਜੁਪੀਟਰ ਦਾ ਸਾਈਜ਼ ਵੇਖਦੇ ਆ ਉਹਨਾਂ ਸਾਈਜ਼ ਨਹੀਂ ਹੈਗਾ, ਜੁਪੀਟਰ ਥੋੜਾ ਛੋਟਾ ਸਾਈਜ਼ ਦਾ ਹੈਗਾ, ਠੀਕ ਹੈ ਜੀ। ਸੋ ਸਾਈਜ਼ ਆਪਣੇ ਲਈ ਮੈਟਰ ਨਹੀਂ ਕਰਦਾ, ਸਾਈਜ਼ ਆਪਾਂ ਯਾਦ ਨਹੀਂ ਰੱਖਣਾ, ਸਿਰਫ ਇੰਨਾ ਯਾਦ ਰੱਖਣਾ ਕਿ ਜੂਨੋ ਮਿਸ਼ਨ ਜੋ ਹੈ ਉਹ ਕਿਹਦਾ ਮਿਸ਼ਨ ਹੈ, ਕਦੋਂ ਲਾਂਚ ਹੋਇਆ ਸੀਗਾ ਤੇ ਕਿਹੜੇ ਪਲੈਨਟ ਤੇ ਗਿਆ ਸੀਗਾ, ਠੀਕ ਹੈ ਜੀ। ਸੋ ਨਾਸਾ ਨੇ ਇਹਨੂੰ ਲਾਂਚ ਕੀਤਾ ਸੀਗਾ 2011 ਦੇ ਵਿੱਚ ਲਾਂਚ ਕੀਤਾ ਸੀਗਾ, 2016 ਦੇ ਵਿੱਚ ਜੁਪੀਟਰ ਤੇ ਪਹੁੰਚਿਆ ਸੀਗਾ, ਠੀਕ ਹੈ ਜੀ। ਐਂਡ ਇਹ ਨਾਸਾ ਦਾ ਹੋ ਗਿਆ 2011 ਐਂਡ ਕਿਹੜੀ ਪਲੈਨਟ ਲਈ ਹੈਗਾ, ਇਹ ਜੁਪੀਟਰ ਲਈ ਹੈਗਾ, ਠੀਕ ਹੈ, ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਇੰਟਰਨੈਸ਼ਨਲ ਫਲੀਟ ਰਿਵਿਊ ਐਂਡ ਮਿਲਾਨ ਐਕਸਰਸਾਈਜ਼ 2026 ਹੋ ਰਹੀ ਹੈ, ਕਿੱਥੇ ਹੋ ਰਹੀ ਹੈ, ਇਹ ਯਾਦ ਤੁਸੀਂ ਯਾਦ ਰੱਖਣਾ ਵਿਸ਼ਾਖਾਪਟਨਮ ਦੇ ਵਿੱਚ ਹੋ ਰਹੀ ਹੈ, ਠੀਕ ਹੈ ਜੀ। ਹੋਊਗੀ ਅੱਗੇ 15 ਫੈਬ ਤੋਂ ਇਹ ਸ਼ੁਰੂ ਹੋਣੀ ਹੈ। ਉਸ ਤੋਂ ਬਾਅਦ ਦਿਸ ਵਿਲ ਬੀ ਦਾ ਫਰਸਟ ਟਾਈਮ ਇੰਡੀਆ ਹੋਸਟ ਆਲ 3 ਮੇਜਰ ਮੈਰੀਟਾਈਮ ਇਵੈਂਟਸ ਟੂਗੇਦਰ, ਠੀਕ ਹੈ ਜੀ। ਸੋ 3 ਇਵੈਂਟਸ ਜੋ ਵਿਸ਼ਾਖਾਪਟਨਮ ਦੇ ਵਿੱਚ ਹੋਣਗੇ, ਇੰਟਰਨੈਸ਼ਨਲ ਫਲੀਟ ਰਿਵਿਊ, ਐਕਸਰਸਾਈਜ਼ ਮਿਲਾਨ ਐਂਡ ਇੰਡੀਅਨ ਓਸ਼ਨ ਨੇਵਲ ਸਿੰਪੋਜ਼ੀਅਮ ਵਿਸ਼ਾਖਾਪਟਨਮ ਦੇ ਵਿੱਚ ਹੋਣਗੇ। ਐਂਡ ਇੰਡੀਆ ਜੋ ਹੈ ਪਹਿਲੀ ਵਾਰ ਇਹ ਤਿੰਨੋਂ ਇਵੈਂਟਸ ਨੂੰ ਇਕੱਠਾ ਜੋ ਹੈ ਉਹ ਹੋਸਟ ਕਰੂਗਾ। ਨੈਕਸਟ ਇਜ਼ ਪ੍ਰੋਜੈਕਟ ਹਿਮਾਂਕ। ਪ੍ਰੋਜੈਕਟ ਹਿਮਾਂਕ ਜੋ ਹੈ ਬੋਰਡਰ ਰੋਡ ਆਰਗੇਨਾਈਜੇਸ਼ਨ ਜੋ ਆਪਣਾ BRO ਹੈਗਾ 1960 ਦੇ ਵਿੱਚ ਬਣਿਆ ਸੀਗਾ, ਇਹਨਾਂ ਦਾ ਪ੍ਰੋਜੈਕਟ ਹੈਗਾ, ਕਿਹੜੇ ਰੀਜਨ ਦੇ ਵਿੱਚ ਹੈ, ਇੰਪੋਰਟੈਂਟ ਹੈ, ਲੱਦਾਖ ਰੀਜਨ ਦੇ ਵਿੱਚ ਹੈਗਾ, ਠੀਕ ਹੈ ਜੀ। ਕਦੋਂ ਸਟਾਰਟ ਹੋਇਆ ਸੀਗਾ, 1985 ਦੇ ਵਿੱਚ ਸਟਾਰਟ ਹੋਇਆ ਸੀਗਾ। ਪਰਪਸ ਕੀ ਸੀਗਾ, ਫॉर द ਡਿਵੈਲਪਮੈਂਟ ਆਫ ਰੋਡ ਕਮਿਊਨੀਕੇਸ਼ਨ ਲੱਦਾਖ ਰੀਜਨ, ਠੀਕ ਹੈ। ਜੋ ਅਪਰ ਵਾਲੇ ਰੀਜਨਸ ਆਪਣੇ ਹੈਗੇ ਆ ਉੱਥੇ ਰੋਡ ਕਨੈਕਟੀਵਿਟੀ ਬਹੁਤ ਘੱਟ ਹੈ। ਸੋ ਜੋ ਆਪਣੇ ਬਾਰਡਰ ਏਰੀਆਜ਼ ਹੈਗੇ ਆ ਉੱਥੇ ਰੋਡ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਲਈ ਜੋ ਜ਼ਿੰਮੇਵਾਰੀ ਆ ਉਹ ਬਾਰਡਰ ਰੋਡ ਆਰਗੇਨਾਈਜੇਸ਼ਨ ਦੀ ਹੈ। ਸੋ ਇਹੋ ਜਿਹੀ ਜ਼ਿੰਮੇਵਾਰੀ ਲੱਦਾਖ ਦੇ ਵਿੱਚ ਹੈ ਜਿਹਦੇ ਵਿੱਚ ਉਹਨਾਂ ਨੇ ਨਾਮ ਦਿੱਤਾ ਹੈਗਾ ਪ੍ਰੋਜੈਕਟ ਹਿਮਾਂਕ, ਠੀਕ ਹੈ। ਇਸ ਪ੍ਰੋਜੈਕਟ ਨੂੰ ਪੂਰਾ ਨਾਮ ਦਿੱਤਾ ਪ੍ਰੋਜੈਕਟ ਹਿਮਾਂਕ, ਠੀਕ ਹੈ। ਐਂਡ ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ, ਠੀਕ ਹੈ, ਤਾਂ ਸਿੰਪਲ ਨਿਊਜ਼ ਹੈਗੀ ਆ। ਨਿਊਜ਼ ਦੇ ਵਿੱਚ ਕਿਉਂ ਸੀਗਾ, ਬਿਕੋਜ਼ ਜਦੋਂ ਇਹ ਕੰਸਟਰਕਟ ਕਰ ਰਹੇ ਸੀਗੇ ਦੈਨ ਉਸ ਟਾਈਮ ਤੇ ਇੱਕ ਸਨੋ ਲੈਪਰਡ ਜੋ ਹੈ ਉਹ ਦੇਖਣ ਨੂੰ ਮਿਲਿਆ ਸੀਗਾ ਜੋ ਕਿ ਕਾਫੀ ਰੇਅਰ ਹੈ ਉਸ ਏਰੀਆ ਦੇ ਵਿੱਚ, ਠੀਕ ਹੈ ਜੀ। ਇਸ ਕਰਕੇ ਪ੍ਰੋਜੈਕਟ ਹਿਮਾਂਕ ਜੋ ਨਿਊਜ਼ ਦੇ ਵਿੱਚ ਸੀਗਾ। ਨੈਕਸਟ ਇਜ਼ ਸਰੈਂਕਸੀਆ ਬੈਟਲ। ਸੋ ਕਿਹੜੀ ਸਟੇਟ ਤੋਂ ਰਿਲੇਟਡ ਹੈ, ਕਦੋਂ ਹੋਈ ਸੀਗੀ, 1837 ਦੇ ਵਿੱਚ ਬੈਟਲ ਹੋਈ ਸੀਗੀ। ਐਂਡ ਫੇਮਸ ਕਿਉਂ ਹੈ, ਕਿਉਂਕਿ ਉਸ ਟਾਈਮ ਤੇ ਜੋ ਆਦੀਵਾਸੀ ਸੀਗੇ ਝਾਰਖੰਡ ਦੇ ਉਹਨਾਂ ਨੇ ਕਾਫੀ ਅਪੋਜ਼ ਕੀਤਾ ਸੀਗਾ ਬ੍ਰਿਟਿਸ਼ ਰੂਲ ਨੂੰ, ਕਾਫੀ ਰੈਜ਼ਿਸਟੈਂਸ ਜੋ ਉਹਨਾਂ ਨੇ ਸ਼ੋ ਕੀਤੀ ਸੀਗੀ। ਬਿਕੋਜ਼ ਬ੍ਰਿਟਿਸ਼ਰਸ ਕੀ ਕਰਦੇ ਸੀਗੇ ਕਿ ਆਪਣੇ ਫਾਇਦੇ ਲਈ ਉਹ ਜੋ ਫੋਰੈਸਟ ਲੈਂਡ ਹੈ ਉਹਨੂੰ ਯੂਜ਼ ਕਰਦੇ ਸੀਗੇ। ਸੋ ਉਹਦੇ ਲਈ ਜੋ ਰੈਜ਼ਿਸਟੈਂਸ ਪ੍ਰੋਵਾਈਡ ਕੀਤੀ ਸੀਗੀ ਆਦੀਵਾਸੀਜ਼ ਨੇ। ਐਂਡ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨ ਲਈ ਜੋ ਹੈ ਸਰੈਂਕਸੀਆ ਬੈਟਲ ਜੋ ਹੈ ਝਾਰਖੰਡ ਗਵਰਨਮੈਂਟ ਜੋ ਇਹਨੂੰ ਸੈਲੀਬ੍ਰੇਟ ਕਰ ਰਹੀ ਹੈ ਇਸ ਬੈਟਲ ਨੂੰ। ਨੈਕਸਟ ਇਜ਼ the president offered prayers at the Shri Jagannath Puri ਜਗਨਨਾਥ ਟੈਂਪਲ। ਸੋ ਜਗਨਨਾਥ ਟੈਂਪਲ ਕਿੱਥੇ ਹੈਗਾ, ਪੂਰੀ ਉੜੀਸਾ ਦੇ ਵਿੱਚ ਹੈਗਾ, ਠੀਕ ਹੈ। ਕਿਹਨੂੰ ਡੈਡੀਕੇਟ ਕੀਤਾ ਗਿਆ, ਲੋਰਡ ਜਗਨਨਾਥ ਨੂੰ। ਐਂਡ ਇਹ ਭਗਵਾਨ ਵਿਸ਼ਨੂੰ ਦੇ ਜੋ ਹੈ ਅਵਤਾਰ ਮੰਨੇ ਜਾਂਦੇ ਨੇ। ਐਂਡ ਇੰਪੋਰਟੈਂਟ ਆਪਣੇ ਲਈ ਕੀ ਹੈਗਾ, ਇੱਕ ਤਾਂ ਕਿਹੜੀ ਸਟੇਟ ਦੇ ਵਿੱਚ ਹੈਗਾ ਜਗਨਨਾਥਪੁਰੀ ਟੈਂਪਲ ਉੜੀਸਾ ਦੇ ਵਿੱਚ। ਐਂਡ ਕਿਹਨਾਂ ਨੇ ਬਣਵਾਇਆ ਸੀਗਾ, ਸੋ 12th ਸੈਂਚੁਰੀ ਦੇ ਵਿੱਚ ਗੰਗਾ ਡਾਇਨੈਸਟੀ ਦੇ ਰੂਲਰ ਸੀਗੇ ਕਿੰਗ ਅਨੰਤ ਵਰਮਨ ਦੇਵ, ਇਹਨਾਂ ਨੇ ਜੋ ਹੈ ਇਸ ਟੈਂਪਲ ਦੀ ਕੰਸਟਰਕਸ਼ਨ ਕਰਵਾਈ ਸੀਗੀ, ਠੀਕ ਹੈ। ਸੋ ਇਹਨਾਂ ਦਾ ਨਾਮ ਇੰਪੋਰਟੈਂਟ ਹੈ, ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦੇ ਉਹ ਵੀ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਅਗਨੀ 3 ਮਿਸਾਈਲ ਦੀ ਟੈਸਟਿੰਗ ਕੀਤੀ ਗਈ, ਠੀਕ ਹੈ। ਇਸ ਮਿਸਾਈਲ ਬਾਰੇ ਆਪਾਂ ਪੜ੍ਹ ਲੈਂਦੇ ਹਾਂ। ਇਟ ਇਜ਼ ਇੰਡੀਜੀਨਸਲੀ ਬਿਲਟ। ਇੰਡੀਜੀਨਸਲੀ ਬਿਲਟ ਮਤਲਬ ਕਿ ਇੰਡੀਆ ਨੇ ਖੁਦ ਬਣਾਈ ਹੈ, ਬਾਹਰ ਤੋਂ ਨਹੀਂ ਲਈ ਗਈ, ਠੀਕ ਹੈ।
ਇੰਟਰਮੀਡੀਏਟ ਰੇਂਜ ਬਲਿਸਟਿਕ ਮਿਸਾਈਲ ਹੈ, ਠੀਕ ਹੈ ਜੀ। ਇੰਟਰਮੀਡੀਏਟ ਰੇਂਜ ਹੈ, ਲੌਂਗ ਰੇਂਜ ਨਹੀਂ ਹੈਗੀ, ਸ਼ਾਰਟ ਰੇਂਜ ਨਹੀਂ ਹੈਗੀ, ਇੰਟਰਮੀਡੀਏਟ ਰੇਂਜ ਹੈਗੀ ਹੈ, ਜਿਹਦੀ ਰੇਂਜ ਕਿੰਨੀ ਹੈਗੀ ਹੈ 3000 ਤੋਂ ਲੈ ਕੇ 3500 ਕਿਲੋਮੀਟਰ ਦੀ, ਠੀਕ ਹੈ ਜੀ। ਬਲਿਸਟਿਕ ਮਿਸਾਈਲ ਹੈਗੀ ਹੈ, ਠੀਕ ਹੈ ਜੀ, ਜੋ ਇਸ ਤਰੀਕੇ ਤੋਂ ਚੱਲਦੀਆਂ ਨੇ। ਨੈਕਸਟ ਇਜ਼ ਇਟ ਇਜ਼ ਅ ਸਰਫੇਸ ਟੂ ਸਰਫੇਸ ਮਿਸਾਈਲ, ਸਰਫੇਸ ਤੋਂ ਸਰਫੇਸ ਤੇ ਵਾਰ ਕਰੂਗੀ, ਠੀਕ ਹੈ ਜੀ। 2 ਸਟੇਜ ਹੈਗੀ ਹੈ ਐਂਡ ਸੋਲਿਡ ਫਿਊਲ ਇਹਦੇ ਵਿੱਚ ਯੂਜ਼ ਹੁੰਦਾਗਾ। ਐਂਡ ਇਹਦੀ ਕੈਰਿੰਗ ਕੈਪੈਸਿਟੀ ਕਿੰਨੀ ਹੈਗੀ ਹੈ 1500 kg ਪੇਲੋਡ ਤੱਕ ਇਹ ਆਪਣੇ ਨਾਲ ਲੈ ਕੇ ਜਾ ਸਕਦੀ ਹੈ, ਠੀਕ ਹੈ ਜੀ। ਐਂਡ ਇਹਦੀ ਰੀਸੈਂਟਲੀ ਟੈਸਟਿੰਗ ਹੋਈ ਸੀਗੀ ਕਿੱਥੇ, ਇੰਟੀਗ੍ਰੇਟਿਡ ਟੈਸਟ ਰੇਂਜ ਚੰਦੀਪੁਰ ਉੜੀਸਾ ਦੇ ਵਿੱਚ। ਸੋ ਅਗਨੀ 3 ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਰੇਂਜ ਕਿੰਨੀ ਹੈ, ਪੇਲੋਡ ਕੈਪੈਸਿਟੀ ਕਿੰਨੀ ਹੈ, ਕਿਸ ਟਾਈਪ ਦੀ ਮਿਸਾਈਲ ਹੈ, ਠੀਕ ਹੈ। ਸਰਫੇਸ ਟੂ ਸਰਫੇਸ ਹੈਗੀ ਆ ਐਂਡ ਇਟ ਇਜ਼ ਅ ਬੈਲਿਸਟਿਕ ਮਿਸਾਈਲ। ਨੈਕਸਟ ਇਜ਼ INS ਅਰਨਾਲਾ ਨਿਊਜ਼ ਦੇ ਵਿੱਚ ਸੀਗੀ। INS ਅਰਨਾਲਾ ਜੋ ਹੈ ਇਟ ਇਜ਼ ਦ ਫਸਟ ਆਫ 8th ਐਂਟੀ ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ ਫੁੱਲ ਫਾਰਮ, ਐਂਟੀ ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ, ਠੀਕ ਹੈ ਜੀ। ਫਸਟ ਹੈਗਾ, ਟੋਟਲ ਕਿੰਨੀ 8 ਬਣਨੀਆਂ ਨੇ, ਠੀਕ ਹੈ। ਇਹ ਵੀ ਇੰਡੀਆ ਦੀ ਫਸਟ ਇੰਡੀਜਨਸਲੀ ਡਿਜ਼ਾਈਨਡ ਐਂਡ ਬਿਲਟ SWC ਹੈਗਾ, ਠੀਕ ਹੈ, ਜੋ ਇੰਡੀਆ ਨੇ ਖੁਦ ਬਣਾਇਆ ਐਂਟੀ ਸਬਮਰੀਨ ਵਾਰਫੇਅਰ, ਠੀਕ ਹੈ ਜੀ। ਪੂਰਾ ਨਹੀਂ ਯਾਦ ਰੱਖ ਸਕਦੇ ਤਾਂ ਇੰਨਾ ਯਾਦ ਰੱਖ ਲਿਓ। ਉਸ ਤੋਂ ਬਾਅਦ ਕਿਹਨਾਂ ਨੇ ਡਿਜ਼ਾਈਨ ਐਂਡ ਬਿਲਡ ਕੀਤਾਗਾ, ਸੋ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਇੱਕ ਆਰਗੇਨਾਈਜੇਸ਼ਨ ਹੈ ਕੋਲਕਾਤਾ ਬੇਸਡ, ਉਹਨੇ ਇਸ ਸ਼ਿਪ ਨੂੰ ਡਿਜ਼ਾਈਨ ਐਂਡ ਬਿਲਡ ਕੀਤਾਗਾ। and it marks a significant milestone in India's navy tradition from a buyer's navy to a builder's navy। so ਪਹਿਲਾਂ ਜਨਰਲੀ ਇੰਡੀਆ ਕੀ ਕਰਦੀ ਸੀਗੀ ਕਿ ਜੋ ਵੀ ਸ਼ਿਪਸ ਵਗੈਰਾ ਹੁੰਦੀਆਂ ਸੀਗੀਆਂ ਉਹ ਬਾਹਰ ਤੋਂ ਜਾਂ ਫਿਰ ਉਹਨਾਂ ਦੇ ਕੁਝ ਕੰਪੋਨੈਂਟਸ ਜੋ ਬਾਹਰ ਤੋਂ ਇੰਪੋਰਟ ਹੁੰਦੇ ਸੀਗੇ, ਬਟ ਹੁਣ ਆਪਾਂ ਜੋ ਬਾਇਰ ਨੇਵੀ ਤੋਂ ਜੋ ਬਿਲਡਰਸ ਨੇਵੀ ਦੇ ਵੱਲ ਜਾ ਰਹੇ ਨੇ, ਠੀਕ ਹੈ। ਖੁਦ ਆਪਾਂ ਜੋ ਆਪਣੀ ਸ਼ਿਪਸ ਜਾਂ ਫਿਰ ਸਬਮਰੀਨਸ ਜੋ ਹੈ ਉਹ ਬਿਲਡ ਕਰ ਰਹੇ ਨੇ। ਸੋ ਇਹਦਾ ਨਾਮ ਇੰਪੋਰਟੈਂਟ ਆ INS ਅਰਨਾਲਾ। ਉਸ ਤੋਂ ਬਾਅਦ 7 ਹੋਰ ਆਪਾਂ ਨੂੰ ਵੇਖਣ ਨੂੰ ਮਿਲਣਗੀਆਂ, ਇਹ ਫਸਟ ਹੈ। ਨੈਕਸਟ ਇਜ਼ ਦਾ ਬਲੂ ਗੋਲਡ। ਦਾ ਬਲੂ ਗੋਲਡ ਮੈਂਸ਼ਨ ਸੀਗੀ ਨਿਊਜ਼ ਦੇ ਵਿੱਚ। ਇਹ ਰੇਅਰ ਬਲੂ ਟਰਮਰਿਕ ਹੈਗੀ ਹੈ, ਠੀਕ ਹੈ। ਆਪਾਂ ਜਨਰਲੀ ਜੋ ਹਲਦੀ ਹੁੰਦੀ ਹੈ ਉਹ ਯੈਲੋ ਕਲਰ ਦੀ ਵੇਖਦੇ ਜੋ ਆਪਾਂ ਕੁਕਿੰਗ ਲਈ ਯੂਜ਼ ਕਰਦੇ ਹਾਂ, ਬਟ ਇਹ ਜੋ ਹੈ ਬਲੂ ਟਰਮਰਿਕ ਹੈ ਜੋ ਕਿ ਕੁਕਿੰਗ ਦੇ ਵਿੱਚ ਯੂਜ਼ ਨਾ ਹੋ ਕੇ ਇਹ ਯੂਜ਼ ਹੁੰਦੀ ਹੈ ਮੈਡੀਸਨਸ ਦੇ ਵਿੱਚ, ਠੀਕ ਹੈ। ਆਯੁਰਵੇਦ ਦੇ ਵਿੱਚ ਇਹਦਾ ਯੂਜ਼ ਹੁੰਦਾਗਾ, ਠੀਕ ਹੈ। ਇਮਿਊਨਿਟੀ ਬੂਸਟਿੰਗ ਪ੍ਰੋਪਰਟੀਜ਼ ਇਹਦੇ ਵਿੱਚ ਹੁੰਦੀਆਂ ਨੇ, ਠੀਕ ਹੈ। ਬਾਕੀ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਬਹੁਤ ਘੱਟ ਕਰਕੂਮਿਨ ਹੁੰਦਾਗਾ, ਬਟ ਇਹਦੇ ਵਿੱਚ ਕੁਝ ਐਕਟਿਵ ਕੰਪਾਊਂਡਸ ਜੋ ਪਾਏ ਜਾਂਦੇ ਜੈਸੇ ਕਿ ਅਸੈਂਸ਼ੀਅਲ ਆਇਲਸ, ਕੈਂਫਰ, ਫਿਨੋਲਿਕ ਕੰਪਾਊਂਡਸ ਇਹਦੇ ਵਿੱਚ ਪਾਏ ਜਾਂਦੇ ਐਂਡ ਇਟ ਇਜ਼ ਨੋਟ ਵੈਰੀ ਸੁਟੇਬਲ ਫॉर ਕੁਕਿੰਗ ਦੇ ਵਿੱਚ ਆਪਾਂ ਯੂਜ਼ ਨਹੀਂ ਕਰਦੇ ਕਿ ਆਪਾਂ ਮੈਡੀਸਨਲ ਪਰਪਸ ਲਈ ਇਹਦਾ ਯੂਜ਼ ਕਰਦੇ ਹਾਂ। ਸੋ ਬਲੂ ਗੋਲਡ ਕੀ ਹੈਗਾ, ਬੇਸਿਕਲੀ ਬਲੂ ਕਲਰ ਦੀ ਹਲਦੀ ਹੈਗੀ ਹੈ, ਠੀਕ ਹੈ। ਇਹੋ ਜਿਹੀ ਦਿਖਦੀ ਹੈ, ਤੁਸੀਂ ਵੇਖ ਸਕਦੇ ਹੋ ਪਿਕਚਰ ਦੇ ਵਿੱਚ। ਨੈਕਸਟ ਇਜ਼ ਰਿਲੇਟਡ ਟੂ ਸੰਤੋਸ਼ ਟਰੋਫੀ। ਸੰਤੋਸ਼ ਟਰੋਫੀ ਕਿਹੜੀ ਗੇਮ ਤੋਂ ਰਿਲੇਟਡ ਹੈ, ਫੁੱਟਬਾਲ ਤੋਂ ਰਿਲੇਟਡ ਹੈ ਐਂਡ ਇਹਦੇ ਵਿੱਚ ਜੋ ਸਰਵਿਸਿਜ਼ ਹੈ ਉਹਨੇ ਕੇਰਲ ਨੂੰ ਹਰਾ ਕੇ ਜੋ ਹੈ ਆਪਣਾ ਖਿਤਾਬ ਜਿੱਤਿਆਗਾ, ਠੀਕ ਹੈ। ਨੈਕਸਟ ਇਜ਼ ਸਟੋਰਮ ਮਾਰਟਾ। ਇਹ ਸਪੇਨ ਦੇ ਵਿੱਚ ਆਏ ਸੀਗਾ ਐਂਡ ਕਾਫੀ ਜ਼ਿਆਦਾ ਜੋ ਨੇ ਉੱਥੇ ਕੈਟਾਸਟ੍ਰੋਫ ਕੀਤਾਗਾ, ਸੋ ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸਟੋਰਮ ਮਾਰਟਾ ਕਿਹੜੀ ਕੰਟਰੀ ਦੇ ਵਿੱਚ ਆਇਆ, ਸਪੇਨ ਦੇ ਵਿੱਚ। ਨੈਕਸਟ ਇਜ਼ ਦ ਇੰਟਰਨੈਸ਼ਨਲ 90th प्रोग्रेसिव डायरी फार्मर्स एसोसिएशन यानी कि PDFA डायरी एंड एग्रीकल्चर एक्सपो 2026 बिगेन एट द पशु मंडी इन जगराव लुधियाना। सो पंजाब बेस्ड न्यूज़ हैगी आ, कई बार डायरैक्ट क्वेश्चन आ जाता भी फेयर कित्थे होया सीगा, ठीक है। सो ये जो PDFA होया ये पशु मंडी जगराव दे विच ये होया सीगा। नैक्सट इज इंडियन टीचर रूबल नागी, ਇਹਨਾਂ ਨੂੰ ਗਲੋਬਲ ਟੀਚਰ ਪ੍ਰਾਈਜ਼ ਦਿੱਤਾ ਗਿਆ ਐਂਡ ਕਦੋਂ ਦਿੱਤਾ ਗਿਆ, ਇੱਕ ਵਰਲਡ ਗਵਰਨਮੈਂਟ ਸਮਿਟ ਚੱਲ ਰਹੀ ਸੀਗੀ ਦੁਬਈ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। ਸੋ ਵਰਲਡ ਗਵਰਨਮੈਂਟ ਸਮਿਟ ਦੁਬਈ ਦੇ ਵਿੱਚ ਇਹਨਾਂ ਨੂੰ ਇਹ ਪ੍ਰਾਈਜ਼ ਦਿੱਤਾ ਗਿਆ। ਪਰਸਨ ਦਾ ਨਾਮ ਤੁਸੀਂ ਯਾਦ ਰੱਖਣਾ, ਰੂਬਲ ਨਾਗੀ, ਠੀਕ ਹੈ ਜੀ। ਗਲੋਬਲ ਟੀਚਰ ਅਵਾਰਡ ਜੋ ਇਹਨਾਂ ਨੂੰ ਦਿੱਤਾ ਗਿਆ। ਨੈਕਸਟ ਇਜ਼ ਏਸ਼ੀਆਟਿਕ ਲੋਇਨ, ਇਹਨਾਂ ਦੀ ਜੋ ਕਾਊਂਟਿੰਗ ਹੈ ਥੋੜੀ ਵਧੀ ਹੈ। 2020 ਦੇ ਵਿੱਚ 674 ਸੀਗੇ ਜੋ ਕਿ ਵੱਧ ਕੇ 891 ਹੋ ਗਏ 2025 ਦੇ ਵਿੱਚ। ਨੈਕਸਟ ਇਜ਼ ਰੋਸ਼ਨ ਪੰਜਾਬ ਪ੍ਰੋਜੈਕਟ ਨਿਊਜ਼ ਦੇ ਵਿੱਚ ਸੀਗਾ। ਰੋਸ਼ਨ ਪੰਜਾਬ ਪ੍ਰੋਜੈਕਟ ਜੋ ਹੈਗਾ ਇਹ ਪੰਜਾਬ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ। 5000 ਕਰੋੜ ਦਾ ਇਹਦਾ ਲੇਆਊਟ ਹੈਗਾ, ਠੀਕ ਹੈ ਜੀ। ਐਂਡ ਇਹਦਾ ਪਰਪਸ ਕੀ ਹੈਗਾ, 2025 ਦੇ ਵਿੱਚ ਲਾਂਚ ਕੀਤਾ ਸੀਗਾ ਕਿ ਜੋ ਆਪਣਾ ਇਲੈਕਟ੍ਰਿਸਿਟੀ ਇਨਫਰਾਸਟ੍ਰਕਚਰ ਹੈ ਇਹਨੂੰ ਅਪਗ੍ਰੇਡ ਕਰਨਾ, ਠੀਕ ਹੈ। ਸੋ ਮੋਹਾਲੀ ਦੇ ਵਿੱਚ ਜੋ ਹੈ 708 ਕਰੋੜ ਰੁਪਇਆ ਜੋ ਇਸ ਪ੍ਰੋਜੈਕਟ ਤੇ ਲਾਇਆ ਗਿਆ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ ਇਹਦੀ ਲਾਂਚ ਡੇਟ ਤੁਸੀਂ ਯਾਦ ਰੱਖਣੀ ਹੈ ਕਿ ਅਕਤੂਬਰ 2025 ਦੇ ਵਿੱਚ ਇਹ ਪ੍ਰੋਜੈਕਟ ਲਾਂਚ ਹੋਇਆ ਸੀਗਾ। ਪਰਪਸ ਤੁਸੀਂ ਯਾਦ ਰੱਖਣਾ ਹੈ ਇਲੈਕਟ੍ਰਿਸਿਟੀ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਲਈ। ਨੈਕਸਟ ਇਜ਼ ਹਿੰਦੁਸਤਾਨੀ ਮੇਮ ਨੇ ਨੋਵਲ ਜੋ ਹੈ ਉਹ ਕਾਫੀ ਨਿਊਜ਼ ਦੇ ਵਿੱਚ ਰਿਹਾ। ਇਹ ਡਾਕਟਰ ਅਜੇ ਸ਼ਰਮਾ ਜੀ ਨੇ ਨੋਵਲ ਲਿਖਿਆ ਹੈਗਾ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਪ੍ਰੋਜੈਕਟ ਵੋਲਟ। ਪ੍ਰੋਜੈਕਟ ਵੋਲਟ ਜੋ ਹੈ ਉਹ US ਗਵਰਨਮੈਂਟ ਦਾ ਪ੍ਰੋਜੈਕਟ ਹੈ। ਫਸਟ ਆਫ ਆਲ ਇਹਦਾ ਕਾਰਨ ਕੀ ਹੈ, ਚਲਾਉਣ ਦਾ ਪਰਪਸ ਕੀ ਹੈਗਾ ਕਿ ਜੋ ਰੇਅਰ ਅਰਥ ਹੈਗੀ ਮਿਨਰਲਸ ਹੈਗੇ ਆ,
ਜਿਨ੍ਹਾਂ ਤੇ ਚਾਈਨਾ ਦੀ ਮੋਨੋਪੋਲੀ ਹੈ, ਕਿੱਥੇ ਯੂਜ਼ ਹੁੰਦੇ ਹੈ? ਜੈਟ ਇੰਜਨਸ ਹੋ ਗਏ, ਇਲੈਕਟ੍ਰੀਕਲ ਵਹੀਕਲਸ ਦੀ ਜੋ ਬੈਟਰੀਜ਼ ਹੋ ਗਈਆਂ, ਸਮਾਰਟਫੋਨਸ ਦੇ ਵਿੱਚ ਰੇਅਰ ਅਰਥ ਜੋ ਮਿਨਰਲਸ ਯੂਜ਼ ਹੁੰਦੇ ਆ। ਐਂਡ ਚਾਈਨਾ ਕੀ ਕਰਦਾ ਹੈ, ਕਈ ਵਾਰ ਜੋ ਇਹਨਾਂ ਦੀ ਸਪਲਾਈ ਰੋਕ ਦਿੰਦਾ। ਸੋ ਕਾਫੀ ਕੰਟਰੀਜ਼ ਜੋ ਅਫੈਕਟ ਹੁੰਦੀਆਂ। ਸੋ ਉਸ ਚੀਜ਼ ਨੂੰ ਰੋਕਣ ਲਈ ਜੋ ਹੈ US ਗਵਰਨਮੈਂਟ ਨੇ ਪ੍ਰੋਜੈਕਟ ਵੋਲਟ ਸਟਾਰਟ ਕੀਤਾਗਾ ਟੂ ਸਟੋਕ ਪਾਈਲ ਰੇਅਰ ਅਰਥ ਐਂਡ ਕ੍ਰਿਟੀਕਲ ਮਿਨਰਲਸ। ਇਹਨਾਂ ਦੀ ਜੋ ਹੈ ਉਹ ਇਹਨਾਂ ਨੂੰ ਇਕੱਠਾ ਕੀਤਾ ਜਾਊਗਾ, ਠੀਕ ਹੈ ਜੀ, ਤਾਂ ਕਿ ਜੋ ਵੀ ਕੋਈ ਗਲੋਬਲ ਸਪਲਾਈ ਡਿਸਰਪਸ਼ਨਸ ਆਉਂਦੀਆਂ ਨੇ ਉਸ ਤੋਂ ਬਚਿਆ ਜਾ ਸਕੇ, ਠੀਕ ਹੈ। ਐਂਡ ਕੰਮ ਜੋ ਹੈ ਇੰਡਸਟਰੀਜ਼ ਕੰਮ ਜੋ ਹੈ ਉਹ ਚੱਲਦਾ ਰਹੇ। ਨੈਕਸਟ ਇਜ਼ ਯੁਵਾ ਸਹਾਕਾਰ ਸਕੀਮ ਨਿਊਜ਼ ਦੇ ਵਿੱਚ ਸੀਗੀ। The scheme aims to encourage newly formed cooperative societies with new and innovative ideas। ठीक है जी। सो युवा सहाकार मतलब कि ਕੋਪਰੇਟਿਵ ਤੋਂ ਰਿਲੇਟਡ ਹੈਗਾ, ਠੀਕ ਹੈ। ਸੋ ਜੋ ਵੀ ਨਵੀਂ ਕੋਪਰੇਟਿਵ ਸੋਸਾਇਟੀਜ਼ ਨੇ ਉਹਨਾਂ ਨੂੰ ਐਨਕਰੇਜ ਕਰਨ ਲਈ ਕਿ ਤੁਸੀਂ ਨਿਊ ਐਂਡ ਇਨੋਵੇਟਿਵ ਆਈਡੀਆਜ਼ ਲੈ ਕੇ ਆਓ, ਇਹ ਸਕੀਮ ਚਲਾਈ ਗਈ ਸੀਗੀ, ਠੀਕ ਹੈ ਜੀ। ਐਂਡ ਇਹਦੇ ਅੰਡਰ ਜੋ ਹੈ ਉਹ ਲੌਂਗ ਟਰਮ ਲੋਨ ਦਿੱਤਾ ਜਾਊਗਾ 5 ਸਾਲ ਤੱਕ ਦਾ। ਐਂਡ 2% ਇੰਟਰਸਟ ਸਬਵੈਂਸ਼ਨ ਵੀ ਜੋ ਹੈ ਇਹਦੇ ਵਿੱਚ ਮੈਂਸ਼ਨ ਹੈਗਾ ਕਿ ਜੇ ਕੋਈ ਆਪਣਾ ਲੋਨ ਟਾਈਮਲੀ ਪੇ ਕਰੇ ਤਾਂ ਗਵਰਨਮੈਂਟ ਜੋ 2% ਯਾਨੀ ਕਿ ਉਹਨੂੰ ਮਾਫ ਕਰ ਦੂਗਾ। ਇੰਟਰਸਟ ਸਬਵੈਂਸ਼ਨ ਦਾ ਮਤਲਬ ਕਿ ਉਹਨੂੰ ਮਾਫ ਕਰ ਦੂਗਾ, ਠੀਕ ਹੈ ਜੀ। ਉਸ ਤੋਂ ਬਾਅਦ ਇੰਪਲੀਮੈਂਟ ਕੌਣ ਕਰ ਰਿਹਾ ਸਕੀਮ ਨੂੰ? ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ NCDC ਨੂੰ ਸਕੀਮ ਨੂੰ ਇੰਪਲੀਮੈਂਟ ਕਰ ਰਿਹਾ। ਨੈਕਸਟ ਇਜ਼ ਸਾਊਥ ਕੋਰੀਆ ਐਂਡ US ਕਮੈਂਸਸ ਜੁਆਇੰਟ ਏਰੀਅਲ ਐਕਸਰਸਾਈਜ਼। ਸੋ ਸਾਊਥ ਕੋਰੀਆ ਐਂਡ US ਨੇ ਇੱਕ ਐਕਸਰਸਾਈਜ਼ ਉਹਨਾਂ ਦੀ ਚੱਲ ਰਹੀ ਹੈ, ਠੀਕ ਹੈ ਜੀ, ਸਾਊਥ ਕੋਰੀਆ ਦੇ ਵਿੱਚ ਚੱਲ ਰਹੀ ਹੈ। ਤੁਸੀਂ ਨਾਮ ਯਾਦ ਰੱਖਣਾ ਹੈਗਾ ਐਕਸਰਸਾਈਜ਼ ਦਾ, ਬੜੀ ਸਕੁਐਡਰੋਨ ਨਾਮ ਹੈਗਾ। ਐਂਡ ਕਿਹੜੀ 2 ਕੰਟਰੀਜ਼ ਦੇ ਵਿੱਚ ਹੈ? ਸਾਊਥ ਕੋਰੀਆ ਐਂਡ US ਦੇ ਵਿੱਚ ਹੈਗਾ, ਠੀਕ ਹੈ। ਕਿਉਂਕਿ ਚਾਈਨਾ ਜੋ ਹੈ ਕਾਫੀ ਉੱਥੇ ਇੱਕ ਰਾਈਵਲ ਹੈਗਾ ਇਹਨਾਂ ਦਾ ਸਾਊਥ ਕੋਰੀਆ ਦਾ, ਤਾਂ ਉਸ ਚੀਜ਼ ਨੂੰ ਜੋ ਹੈ ਟੈਕਲ ਕਰਨ ਲਈ ਜੋ ਐਕਸਰਸਾਈਜ਼ ਕਰ ਰਹੇ ਨੇ। ਨੈਕਸਟ ਇਜ਼ ਡਰੈਗਨ ਹੋਲ ਮੈਂਸ਼ਨ ਸੀਗਾ, ਇਸ ਟਾਈਪ ਦਾ ਦਿਖਦਾ ਹੈਗਾ, ਇੱਕ ਸਿੰਕ ਹੋਲ ਹੈਗਾ, ਠੀਕ ਹੈ ਜੀ, ਅੰਡਰ ਵਾਟਰ ਸਿੰਕ ਹੋਲ ਹੈਗਾ ਸਾਊਥ ਚਾਈਨਾ ਸੀ ਦੇ ਵਿੱਚ ਇਹ ਲਾਈ ਕਰਦਾਗਾ। ਐਂਡ ਇਹਦਾ ਇੱਕ ਹੋਰ ਨਾਮ ਹੈਗਾ ਸਾਂਸ਼ਾ ਯੋਂਗਲੇ ਬਲੂ ਹੋਲ, ਠੀਕ ਹੈ ਜੀ, ਇੰਪੋਰਟੈਂਟ ਹੈ। ਲੋਕਲ ਨੇਮ ਇਹਦਾ ਸਾਂਸ਼ਾ ਯੋਂਗਲੇ ਬਲੂ ਹੋਲ ਹੈਗਾ, ਇਹਨੂੰ ਡਰੈਗਨ ਹੋਲ ਵੀ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਐਂਡ ਇਟ ਇਜ਼ ਡੀਪੈਸਟ ਨੋਨ ਅੰਡਰ ਵਾਟਰ ਸਿੰਕ ਹੋਲ ਇਨ ਸਾਊਥ ਚਾਈਨਾ ਸੀ। ਲੋਕੇਸ਼ਨ ਤੁਸੀਂ ਇਹਦੀ ਯਾਦ ਰੱਖਣੀ ਹੈ। नेक्स्ट इज यूपी बिकेम इंडियाज फर्स्ट स्टेट टू प्रेजेंट इट्स ओन इकोनॉमिक सर्वे रिपोर्ट, ठीक है जी। यूपी जो है फर्स्ट स्टेट बन गया। आप देखते हैं इंडिया का इकोनॉमिक सर्वे आता, ठीक है। यूपी पहली एहो जी स्टेट है जिन्हें अपना खुद का इकोनॉमिक सर्वे रिपोर्ट जो है पब्लिश की है। नैक्सट इज रिलेटेड टू इंडैक्स नैटवर्क रेडीनेस इंडैक्स 2025 रिलीज़ किया गया सीगा। किन्ने रिलीज़ किया? वाशिंगटन DC बेस्ड ऑर्गेनाइजेशन हैगी है, पोर्टलैंड इंस्टीट्यूट ने रिलीज़ किया गया। इंडिया की किहड़ी पोजीशन है? 45th पोजीशन है नैटवर्क रेडीनेस दे विच। नैक्सट इज इंडिया इज कन्फर्ड विद कंट्री ऑफ द ईयर एट बायोफाक 2026 इन जर्मनी। सो एक अपनी ऑर्गेनाइजेशन है इंडिया की अपैडा, यदि फुल फॉर्म है एग्रीकल्चरल एंड प्रोसैसड फूड प्रोडक्ट्स एक्सपोर्ट डेवलपमेंट अथॉरिटी। इन्हें एक काइंड ऑफ तुसीं कह सकते हो कि फेयर उत्थे ऑर्गेनाइज किया सीगा, ट्रेड फेयर सीगा ऑर्गेनिक प्रोडक्ट्स लई, ठीक है। जर्मनी ਦੇ ਵਿੱਚ ਫੇਅਰ ਲੱਗਿਆ ਸੀਗਾ ਜਿਹਦਾ ਨਾਮ ਹੈਗਾ ਬਾਇਓਫੈਕ। ਉਹਦੇ ਵਿੱਚ ਇੰਡੀਆ ਨੂੰ ਕੰਟਰੀ ਆਫ ਦਾ ਈਅਰ ਦਾ ਅਵਾਰਡ ਦਿੱਤਾ ਗਿਆ ਫॉर ਪ੍ਰੋਮੋਟਿੰਗ ਜੋ ਆਰਗੈਨਿਕ ਪ੍ਰੋਡਕਟਸ ਹੈ, ਆਰਗੈਨਿਕ ਫਾਰਮਿੰਗ ਨੂੰ ਪ੍ਰਮੋਟ ਕਰਨ ਲਈ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਇੰਡੀਆ ਦੀ ਫਰਸਟ ਆਰਗੈਨਿਕ ਸਟੇਟ ਕਿਹੜੀ ਬਣੀ ਸੀਗੀ। ਨੈਕਸਟ ਇਜ਼ 11th of February ਯੂਨਾਨੀ ਡੇ ਸੈਲੀਬ੍ਰੇਟ ਕੀਤਾ ਜਾਂਦਾਗਾ, ਠੀਕ ਹੈ, ਇੰਪੋਰਟੈਂਟ ਆਪਣੇ ਲਈ। ਐਂਡ ਕਿਉਂ ਸੈਲੀਬ੍ਰੇਟ ਕੀਤਾ ਜਾਂਦਾਗਾ? ਟੂ ਕੋਮੈਮੋਰੇਟ ਦੀ ਬਰਥ ਐਨੀਵਰਸਰੀ ਆਫ ਫਿਜ਼ੀਸ਼ੀਅਨ ਫਰੀडम फाइटर हाकिम अजमल खान। सो हाकिम अजमल खान ਦਾ ਇਸ ਦਿਨ ਜਨਮ ਹੋਇਆ ਸੀਗਾ, ਠੀਕ ਹੈ। ਐਂਡ ਇਹਨਾਂ ਨੂੰ ਕੋਮੈਮੋਰੇਟ ਕਰਨ ਲਈ ਜੋ ਹੈ ਡੇ ਆਪਾਂ ਸੈਲੀਬ੍ਰੇਟ ਕਰਦੇ ਆ। ਨੈਕਸਟ ਇਜ਼ 11th February ਨੂੰ ਹੀ ਆਪਾਂ ਇੰਟਰਨੈਸ਼ਨਲ ਡੇ ਆਫ ਵੂਮਨ ਐਂਡ ਗਰਲਸ ਇਨ ਸਾਇੰਸ ਸੈਲੀਬ੍ਰੇਟ ਕਰਦੇ ਆ। ਇਹ ਆਪਣੇ ਲਈ ਥੋੜਾ ਇੰਪੋਰਟੈਂਟ ਇੱਦਾਂ ਹੋ ਜਾਂਦਾ ਬਿਕੋਜ਼ ਬਜਟ ਦੇ ਵਿੱਚ ਵੀ STEM ਮੈਂਸ਼ਨ ਸੀਗਾ। ਇਹਦੀ ਥੀਮ ਤੁਸੀਂ ਯਾਦ ਰੱਖਿਓ, ਫਰੋਮ ਵਿਜ਼ਨ ਟੂ ਇੰਪੈਕਟ ਰੀਡਿਫਾਈਨਿੰਗ STEM ਬਾਈ ਕਲੋਜ਼ਿੰਗ ਦਾ ਜੈਂਡਰ ਗੈਪ। STEM ਕੀ ਹੈਗਾ? ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ। ਜਨਰਲੀ ਆਪਾਂ ਕੀ ਦੇਖਦੇ ਹਾਂ, ਜੋ ਗਰਲਸ ਹੈਗੀ, ਵਿਮਨਸ ਹੈਗੀਆਂ, ਉਹ ਸਾਇੰਸ ਫੀਲਡ ਦੇ ਵਿੱਚ ਘੱਟ ਹੁੰਦੀ ਹੈ, ਮੇਲ ਦੀ ਪਾਰਟਿਸਿਪੇਸ਼ਨ ਜ਼ਿਆਦਾ ਹੁੰਦੀ ਹੈ। ਸੋ ਇਸ ਚੀਜ਼ ਨੂੰ ਗਰਲਸ ਦੀ ਪਾਰਟਿਸਿਪੇਸ਼ਨ ਵਧੇ, ਉਸ ਚੀਜ਼ ਲਈ ਜੋ STEM ਪ੍ਰੋਗਰਾਮ ਚਲਾਇਆ ਗਿਆ ਸੀਗਾ, ਬਜਟ ਦੇ ਵਿੱਚ ਇਹਦਾ ਮੈਂਸ਼ਨ ਵੀ ਹੈਗਾ, ਇਸ ਲਈ ਆਪਣੇ ਲਈ ਇਹ ਡੇ ਇੰਪੋਰਟੈਂਟ ਹੋ ਜਾਂਦਾ ਹੈ। ਨੈਕਸਟ ਇਜ਼ 10th February ਨੂੰ ਜਾਂ ਫਿਰ ਸੈਕਿੰਡ ਟਿਊਜ਼ਡੇ ਆਫ ਐਵਰੀ ਫੈਬਰਰੀ ਜੋ ਹੁੰਦਾਗਾ ਉਹਨੂੰ ਆਪਾਂ ਸੇਫਰ ਇੰਟਰਨੈਟ ਡੇ ਜੋ ਹੈ ਸੈਲੀਬ੍ਰੇਟ ਕਰਦੇ ਹਾਂ। ਐਂਡ ਇਸ ਵਾਰ ਦੀ ਥੀਮ ਤੁਸੀਂ ਯਾਦ ਰੱਖਣੀ ਹੈ, ਸਮਾਰਟ ਟੈਕਨੋਲੋਜੀ, ਸੇਫ ਚੋਇਸਿਸ, ਐਕਸਪਲੋਰਿੰਗ ਦਾ ਸੇਫ ਐਂਡ ਰਿਸਪੋਂਸਿਬਲ ਯੂਜ਼ ਆਫ AI। ਸੋ AI ਦਾ ਇੰਨਾ ਜ਼ਿਆਦਾ ਯੂਜ਼ ਵਧ ਰਿਹਾ, ਕੁਝ ਪੋਜ਼ਿਟਿਵ ਐਂਡ ਕੁਝ ਨੈਗੇਟਿਵ। ਸੋ AI ਦਾ ਜੋ ਯੂਜ਼ ਹੈਗਾ ਉਹ ਇੱਕ ਰਿਸਪੋਂਸਿਬਲ ਯੂਜ਼ ਹੋਵੇ, ਉਹਦੇ ਲਈ ਆਪਾਂ ਇਹ ਸੇਫਰ ਇੰਟਰਨੈਟ ਡੇ ਜੋ ਹੈ ਸੈਲੀਬ੍ਰੇਟ ਕਰ ਰਹੇ ਨੇ। ਨੈਕਸਟ ਇਜ਼ ब्रिक्स सेंटर फॉर इंडस्ट्रीयल कंपीटेंसीज यानी कि BCIC, ठीक है जी। ये लॉन्च होया सीगा इन पार्टनरशिप विद द यूनाइटेड नेशन इंडस्ट्रियल डेवलपमेंट ऑर्गेनाइजेशन यानी कि यूनिडो।
ਕਾਹਦੇ ਲਈ? ਫॉर ਸਪੋਰਟਿੰਗ ਜੋ ਆਪਣੀ MSMEs ਹੈਗੇ, ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਜਾਂ ਫਿਰ ਇੰਡਸਟਰੀਅਲ ਦੇ ਵਿੱਚ ਮੋਡਰਨਾਈਜੇਸ਼ਨ ਆਵੇ, ਉਹਦੇ ਲਈ ਜੋ ਹੈ ਬ੍ਰਿਕਸ ਸੈਂਟਰ ਫॉर ਇੰਡਸਟਰੀਅਲ ਕੰਪੀਟੈਂਸਿਸ ਲੈ ਕੇ ਆਇਆ ਗਿਆ ਸੀਗਾ। ਕਿਹਦੀ ਪਾਰਟਨਰਸ਼ਿਪ ਦੇ ਵਿੱਚ ਸੀਗਾ? ਯੂਨਿਟੋ ਦੇ ਵਿੱਚ, ਇਹਨਾਂ ਦੀ ਪਾਰਟਨਰਸ਼ਿਪ ਦੇ ਵਿੱਚ ਸੀਗਾ। ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਇਹਦਾ ਹੈੱਡਕੁਆਰਟਰ ਕਿੱਥੇ ਹੈ ਐਂਡ ਇਹ ਕਦੋਂ ਆਰਗੇਨਾਈਜੇਸ਼ਨ ਬਣੀ ਸੀਗੀ। ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇੰਡੀਆ ਨੇ ਰੀਸੈਂਟਲੀ ਇਹਨੂੰ ਜੁਆਇਨ ਕੀਤਾਗਾ। ਠੀਕ ਹੈ। ਨੈਕਸਟ ਇਜ਼ ਸਭਾਸਾਰ ਇਨੀਸ਼ੀਏਟਿਵ ਲਾਂਚ ਹੋਇਆ ਸੀਗਾ 2025 ਦੇ ਵਿੱਚ। ਐਂਡ ਸਭਾਸਾਰ ਇਨੀਸ਼ੀਏਟਿਵ ਬੇਸਿਕਲੀ ਕੀ ਹੈਗਾ ਕਿ ਆਪਣੀ ਜੋ ਗ੍ਰਾਮ ਸਭਾ ਹੁੰਦੀ ਆ, ਪੰਚਾਇਤ ਮੀਟਿੰਗ ਹੁੰਦੀ ਹੈ, ਉਹਦੀ ਜੋ ਵੀ ਸਮਰੀ ਹੈਗੀ ਆ ਉਹਨੂੰ ਇੱਕ AI ਟੂਲ ਦੁਆਰਾ ਜੋ ਹੈ ਉਹਨੂੰ ਸਾਰਾ ਜਨਰੇਟ ਕੀਤਾ ਜਾਂਦਾ ਹੈਗਾ। ਠੀਕ ਹੈ। ਉਹਨੂੰ ਆਪਾਂ ਕਹਿ ਸਕਦੇ ਕਿ ਰਿਕਾਰਡ ਕੀਤਾ ਜਾਂਦਾ ਵੀ ਪੰਚਾਇਤ ਮੀਟਿੰਗ ਦੇ ਵਿੱਚ ਕੀ ਗੱਲਾਂ ਹੋਈਆਂ, ਉਹਨੂੰ ਸਾਰਾ ਰਿਕਾਰਡ ਕਰੂਗਾ AI। ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਰੱਖਣਾਗਾ। ਇਟ ਇਜ਼ ਅ ਵੌਇਸ ਟੂ ਟੈਕਸਟ and meeting summarization platform designed to automatically generate structured minutes of meeting from gram sabha meetings and ਇਹਦੀ implementing agency ਕਿਹੜੀ ਹੈਗੀ ਹੈ? Ministry of ਪੰਚਾਇਤੀ ਰਾਜ। ਸੋ ਇਹ ਵੀ ਤੁਸੀਂ ਯਾਦ ਰੱਖਿਓ। ਨੈਕਸਟ ਆਪਣੀ ਨਿਊਜ਼ ਹੈਗੀ ਹੈ, ਇਟ ਇਜ਼ ਰਿਲੇਟਡ ਟੂ ਰਿਵਰ ਫਾਲਗੂ ਰਿਵਰ ਤੋਂ ਰਿਲੇਟਡ ਨਿਊਜ਼ ਹੈਗੀ ਆ। ਫਾਲਗੂ ਰਿਵਰ ਕਿਹੜੀ ਸਟੇਟ ਦੇ ਵਿੱਚ ਆਉਂਦੀ ਹੈ? ਬਿਹਾਰ ਦੇ ਵਿੱਚ ਫਲੋ ਕਰਦੀ ਹੈ। ਐਂਡ ਕਾਫੀ ਇੰਪੋਰਟੈਂਟ ਹੈ ਬੁੱਧਿਜ਼ਮ ਪੁਆਇੰਟ ਆਫ ਵਿਊ ਤੋਂ, ਕਿਉਂਕਿ ਇਹਨੂੰ ਪਹਿਲਾਂ ਨਿਰੰਜਨਾ ਰਿਵਰ ਦੇ ਨਾਮ ਤੋਂ ਜਾਣਾ ਜਾਂਦਾ ਸੀਗਾ ਫਾਲਗੂ ਰਿਵਰ ਨੂੰ। ਐਂਡ ਨਿਰੰਜਨਾ ਰਿਵਰ ਉਹੀ ਰਿਵਰ ਹੈ ਜਿੱਥੇ ਗੌਤਮ ਬੁੱਧ ਨੂੰ ਐਨਲਾਈਟਨਮੈਂਟ ਮਿਲੀ ਸੀਗੀ। ਠੀਕ ਹੈ ਜੀ। ਐਂਡ ਇਹ ਜੋ ਰਿਵਰ ਹੈਗੀ ਆ, ਇਟ ਇਜ਼ ਫਾਊਂਡ ਬਾਈ ਕਨਫਲੂਐਂਸ ਆਫ ਦੋ ਰਿਵਰ। ਇੱਕ ਹੈਗੀ ਲੀਲਾਜਨ ਰਿਵਰ ਐਂਡ ਇੱਕ ਹੈਗੀ ਮੋਹਾਨਾ ਰਿਵਰਸ। ਇਹ ਗਿਆ ਦੇ ਵਿੱਚ ਦੋ ਰਿਵਰ ਮਿਲਦੀਆਂ ਨੇ, ਉੱਥੇ ਫਾਲਗੂ ਰਿਵਰ ਬਣਦੀ ਹੈ। ਐਂਡ ਇਹ ਜੋ ਫਾਲਗੂ ਰਿਵਰ ਹੈਗੀ ਹੈ ਉਹ ਫਿਰ ਪੁਨਪੁਨ ਨੂੰ ਜੁਆਇਨ ਕਰਦੀ ਹੈ। ਪੁਨਪੁਨ ਕੀ ਹੈਗੀ ਹੈ? ਇਹ ਗੰਗਾ ਦੇ ਟ੍ਰਿਬਿਊਟਰੀ ਹੈਗੀ ਆ। ਐਂਡ ਫਾਲਗੂ ਰਿਵਰ ਦਾ ਇੱਕ ਹੋਰ ਨਾਮ ਹੈਗਾ ਹਿਡਨ ਗੰਗਾ, ਜਾਂ ਫਿਰ ਇਹਨੂੰ ਆਪਾਂ ਗੁਪਤ ਗੰਗਾ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਸੋ ਇਹਦਾ ਇਹ ਵੀ ਤੁਸੀਂ ਯਾਦ ਰੱਖਿਓ, ਕਾਫੀ ਇੰਪੋਰਟੈਂਟ ਰਿਵਰ ਹੈ ਆਪਣੇ ਲਈ, ਇਹ ਯਾਦ ਰੱਖਣਾ ਹੈ। ਨੈਕਸਟ ਇਜ਼ ਗਲਫ ਕੋਆਪਰੇਸ਼ਨ ਕਾਉਂਸਿਲ, GCC ਨਿਊਜ਼ ਦੇ ਵਿੱਚ ਸੀਗਾ। ਕਿਉਂ ਨਿਊਜ਼ ਦੇ ਵਿੱਚ ਸੀਗਾ? ਕਿਉਂਕਿ ਇੰਡੀਆ ਨੇ GCC ਕੰਟਰੀਜ਼ ਦੇ ਨਾਲ ਇੱਕ ਟਰਮ ਆਫ ਰੈਫਰੈਂਸ ਸਾਈਨ ਕੀਤਾਗਾ। ਟਰਮ ਆਫ ਰੈਫਰੈਂਸ ਕਾਹਦੇ ਲਈ ਸਾਈਨ ਕੀਤਾ ਜਾਂਦਾਗਾ? ਇਹਦਾ ਪਰਪਸ ਹੁੰਦਾ, ਦੇਖੋ ਇੰਡੀਆ ਜੋ ਹੈ ਉਹ ਤੁਸੀਂ ਵੇਖ ਰਹੇ ਹੋਗੇ ਹੁਣ ਰੀਸੈਂਟਲੀ ਆਪਣਾ US ਟ੍ਰੇਡ ਡੀਲ ਆਪਾਂ ਕੀਤੀ ਸੀਗੀ, ਇੰਡੀਆ US ਟ੍ਰੇਡ ਡੀਲ। ਉਸ ਤੋਂ ਪਹਿਲਾਂ ਜੋ ਹੈ ਇੰਡੀਆ ਨੇ ਜੋ ਹੈ EU ਦੇ ਨਾਲ ਟ੍ਰੇਡ ਡੀਲ ਸਾਈਨ ਕੀਤੀ ਸੀਗੀ। ਸੋ ਰੀਸੈਂਟਲੀ ਇੰਡੀਆ ਕੀ ਚਾਹ ਰਿਹਾ ਹੈਗਾ ਕਿ ਜੋ ਗਲਫ ਕੰਟਰੀਜ਼ ਹੈਗੀਆਂ ਇਹਨਾਂ ਨਾਲ ਜੋ ਟ੍ਰੇਡ ਡੀਲ ਸਾਈਨ ਕੀਤੀ ਜਾਵੇ। ਉਹਦੇ ਲਈ ਪਹਿਲਾਂ ਜੋ ਟਰਮ ਆਫ ਰੈਫਰੈਂਸ ਜੋ ਹੈ ਉਹ ਡਿਸਕਸ ਕਰਨੇ ਪੈਂਦੇ ਵੀ ਇਸ ਟਰਮ ਤੇ ਜੋ ਅਸੀਂ ਐਗਰੀ ਕਰਾਂਗੇ, ਇਸ ਏਰੀਆ ਦੇ ਵਿੱਚ ਅਸੀਂ ਜੋ ਹੈ ਉਹ ਟ੍ਰੇਡ ਨੂੰ ਫ੍ਰੀ ਕਰਾਂਗੇ, ਉਹਦੇ ਲਈ ਹੁੰਦਾ ਟਰਮ ਆਫ ਰੈਫਰੈਂਸ। ਠੀਕ ਹੈ ਜੀ। ਸੋ GCC ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। GCC ਜੋ ਹੈਗਾ ਇੱਕ ਕੋਆਪਰੇਟਿਵ ਐਗਰੀਮੈਂਟ ਹੈਗਾ 6 ਨੇਸ਼ਨ ਦੇ ਵਿੱਚ। ਕਿਹੜੇ ਨੇਸ਼ਨ ਆਉਂਦੇ ਆ? UAE, ਬਹਿਰੇਨ, ਸਾਊਦੀ ਅਰੇਬੀਆ, ਓਮਾਨ, ਕਤਰ, ਕੁਵੈਤ। ਠੀਕ ਹੈ ਜੀ। ਕਦੋਂ ਸਾਈਨ ਹੋਇਆ ਸੀਗਾ? 1981 ਦੇ ਵਿੱਚ ਸਾਈਨ ਹੋਇਆ ਸੀਗਾ। ਐਂਡ ਇਹਦਾ ਹੈੱਡਕੁਆਰਟਰ ਕਿੱਥੇ ਹੈਗਾ? ਰਿਆਦ, ਸਾਊਦੀ ਅਰੇਬੀਆ ਦੇ ਵਿੱਚ ਇਹਦਾ ਹੈੱਡਕੁਆਰਟਰ ਹੈਗਾ। ਨੈਕਸਟ ਨਿਊਜ਼ ਇਜ਼ ਨਿਊਜ਼ ਨੰਬਰ 62 ਬਲੈਕ ਸਵਾਨ ਸਮਿਟ 2026। ਇਹ ਕਿੰਨੇ ਆਰਗੇਨਾਈਜ਼ ਕੀਤੀ ਹੈ? ਉੜੀਸਾ ਨੇ ਆਰਗੇਨਾਈਜ਼ ਕੀਤੀ ਹੈ। ਕਿਹਨਾਂ ਦੇ ਕੋਲੈਬੋਰੇਸ਼ਨ ਦੇ ਵਿੱਚ? ਵਿਦ ਗਲੋਬਲ ਫਾਈਨੈਂਸ ਐਂਡ ਟੈਕਨੋਲੋਜੀ ਨੈਟਵਰਕ GFTN। ਇਹਨਾਂ ਦੇ ਕੋਲੈਬੋਰੇਸ਼ਨ ਦੇ ਵਿੱਚ ਜੋ ਇਹਨਾਂ ਨੇ ਉੜੀਸਾ ਗੌਰਮੈਂਟ ਨੇ ਇਹ ਸਮਿਟ ਨੂੰ ਆਰਗੇਨਾਈਜ਼ ਕੀਤਾਗਾ। ਐਂਡ ਇਹਦਾ ਪਰਪਸ ਕੀ ਹੈਗਾ? ਫॉर ਬਿਲਡਿੰਗ ਡਿਜੀਟਲ ਫਾਈਨੈਂਸ ਇਨਫਰਾਸਟ੍ਰਕਚਰ ਐਂਡ ਵਰਕਫੋਰਸ ਕੈਪੇਬਿਲਿਟੀਜ਼। ਸੋ ਬੇਸਿਕਲੀ ਜੋ ਹੈ ਡਿਜੀਟਲ ਲਿਟਰੇਸੀ ਨੂੰ ਪ੍ਰਮੋਟ ਕਰਨ ਲਈ ਜੋ ਬਲੈਕ ਸਵਾਨ ਸਮਿਟ ਕੀਤੀ ਗਈ ਸੀਗੀ। ਐਂਡ ਬਲੈਕ ਸਵਾਨ ਇਵੈਂਟ ਉਹ ਇਵੈਂਟ ਹੁੰਦੇ ਆ ਜਿਨ੍ਹਾਂ ਦਾ ਆਪਾਂ ਪਹਿਲਾਂ ਅੰਦਾਜ਼ਾ ਨਹੀਂ ਲਾ ਸਕਦੇ, ਜਿਵੇਂ ਕਿ ਕੋਵਿਡ ਆਇਆ ਸੀਗਾ। ਠੀਕ ਹੈ। ਇਹੋ ਜਿਹਾ ਕੋਈ ਐਪੀਡੈਮਿਕ ਇੱਕਦਮ ਆ ਜਾਵੇ ਐਂਡ ਉਹਦੇ ਵਿੱਚ ਆਪਣੀ ਜੋ ਸਰਵਿਸਿਜ਼ ਹੁੰਦੀ ਹੈ ਸਾਰੇ ਡਿਸਟਰਪਟ ਹੋ ਜਾਂਦੀ ਹੈ, ਆਪਣੀ ਜੋ ਮੈਨੂਫੈਕਚਰਿੰਗ ਉਹ ਡਿਸਟਰਪਟ ਹੋ ਜਾਂਦੀ ਹੈ। ਸੋ ਉਸ ਚੀਜ਼ ਨੂੰ ਟੈਕਲ ਕਰਨ ਲਈ ਜੋ ਹੈ ਇਹ ਸਮਿਟ ਜੋ ਹੈ ਆਰਗੇਨਾਈਜ਼ ਕੀਤੀ ਗਈ। ਠੀਕ ਹੈ। नेक्स्ट इज ओम बिरला लॉन्चेज ई विधान ऐप एट बिहार असेंबली। ठीक है। अंडर नेवा, नेवा की हैगा नैशनल ई विधान एप्लीकेशन। ठीक है। फुल फॉर्म है नैशनल ई विधान एप्लीकेशन। एंड अपने जो स्पीकर है लोक सभा स्पीकर इन्होंने अगेंस्ट जो नो कॉन्फिडेंस मोशन भी आएगा उन्होंने आप नैक्सट वीडियो के कवर करांगे। इन्होंने ई विधान ऐप लॉन्च की है बिहार ਲਈ। ਇਹਦਾ ਪਰਪਸ ਕੀ ਹੈਗਾ? ਟੂ ਕ੍ਰੀਏਟ ਪੇਪਰਲੈਸ ਲੈਜਿਸਲੇਟਿਵ ਪ੍ਰੋਸੈਸ। ਸੋ ਪੇਪਰ ਦਾ ਘੱਟ ਤੋਂ ਘੱਟ ਯੂਜ਼ ਹੋਵੇ। ਆਪਣਾ ਜਿਵੇਂ ਬਜਟ ਆਪਾਂ ਦੇਖਦੇ ਹਾਂ ਉਹ ਵੀ ਪੇਪਰਲੈਸ ਆ ਰਿਹਾ ਹੈਗਾ। ਠੀਕ ਹੈ। ਸੋ ਪੇਪਰ ਦਾ ਜੋ ਵਿਧਾਨ ਸਭਾ ਹੈਗੀ ਉੱਥੇ ਵੀ ਪੇਪਰ ਦਾ ਘੱਟੋ ਘੱਟ ਯੂਜ਼ ਹੋਵੇ, ਉਹਦੇ ਲਈ ਜੋ ਇਹ ਨੇਵਾ ਲਾਇਆ ਗਿਆ ਸੀਗਾ। ਐਂਡ ਡਿਪਲੋਏ ਕੌਣ ਕਰਦਾ ਇਹਨੂੰ? NIC ਕਲਾਊਡ। ਠੀਕ ਹੈ ਜੀ। नेक्स्ट इज गुजरात लेड फाउंडेशन स्टोन फॉर फर्स्ट फेज ऑफ शक्ति कॉरीडोर। इंपोर्टेंट है। शक्ति कॉरीडोर ਦੀ ਸ਼ੁਰੂਆਤ ਕਿਹਨਾਂ ਨੇ ਕੀਤੀ ਹੈ? ਗੁਜਰਾਤ ਨੇ ਕੀਤੀ ਹੈ। ਐਂਡ ਕਿਹੜੇ ਦੋ ਪਲੇਸ ਨੂੰ ਜੋੜਦੀ ਹੈ? ਇਹ ਗੁਜਰਾਤ ਦੇ ਵਿੱਚ ਟੈਂਪਲ ਹੈਗਾ ਸ਼੍ਰੀ ਅਰਾਸੁਰੀ ਅੰਬਾਜੀ ਮਾਤਾ ਟੈਂਪਲ। ਠੀਕ ਹੈ ਜੀ। ਇਹਨੂੰ ਜੋੜਦੀ ਹੈ ਮਾਨਸਰੋਵਰ ਤੋਂ। ਠੀਕ ਹੈ ਜੀ। ਸੋ ਇੰਪੋਰਟੈਂਟ ਹੈ, ਸ਼ਕਤੀਪੀਠ ਹੈ ਆਪਣਾ ਹੈਗਾ। ਸੋ ਉਹਨੂੰ ਦੋ ਪਲੇਸਿਸ ਨੂੰ ਜੋੜਦੀ ਹੈ। ਨੈਕਸਟ ਇਜ਼
11 ਫਰਵਰੀ ਪੰਡਿਤ ਦੀਨ ਦਿਆਲ ਉਪਾਧਿਆਏ ਡੈਥ ਐਨਵਰਸਰੀ। ਇਹ ਆਪਾਂ ਯਾਦ ਨਹੀਂ ਰੱਖਣੀਆਂ, ਬਟ ਆਪਣੇ ਲਈ ਇੰਪੋਰਟੈਂਟ ਕੀ ਬਣ ਜਾਂਦਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਜੋ ਸੀਗੇ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਸੀਗੀ। ਸੋ ਇਹਨਾਂ ਦੇ ਨਿਊਜ਼ਪੇਪਰ ਸੀਗੇ, ਵੀਕਲੀ ਨਿਊਜ਼ਪੇਪਰ ਸੀਗਾ ਪੰਚਜਨਿਆ, ਨਾਮ ਤੁਸੀਂ ਯਾਦ ਰੱਖਣਾਗਾ, ਐਂਡ ਡੇਲੀ ਨਿਊਜ਼ਪੇਪਰ ਸੀਗਾ ਇਹਨਾਂ ਦਾ ਇੱਕ ਸਵਦੇਸ਼। ਇਹ ਦੋਵੇਂ ਵਰਕਸ ਇਹਨਾਂ ਦੇ ਤੁਸੀਂ ਯਾਦ ਰੱਖਣੇ ਆ। ਐਂਡ ਇਹਨਾਂ ਦੀ ਬਰਥ ਐਨਵਰਸਰੀ ਨੂੰ ਆਪਾਂ ਅੰਤਿਓਦੈ ਦਿਵਸ ਮਨਾਉਂਦੇ ਆ, ਠੀਕ ਹੈ। ਨੈਕਸਟ ਇਜ਼ 9 ਫਰਵਰੀ ਨੂੰ ਬਾਬਾ ਆਮਟੇਜ਼ ਡੈਥ ਐਨਵਰਸਰੀ ਸੈਲੀਬ੍ਰੇਟ ਕਰਦੇ। ਅਗੇਨ ਇੰਪੋਰਟੈਂਟ ਨਹੀਂ ਹੈਗਾ ਆਪਣੇ ਲਈ, ਇੰਪੋਰਟੈਂਟ ਕੀ ਹੈਗਾ ਬਾਬਾ ਆਮਟੇ ਕੌਣ ਸੀਗੇ, ਠੀਕ ਹੈ ਜੀ। ਸੋ ਇੱਕ ਫਰੀडम ਫਾਈਟਰ ਸੀਗੇ ਜਿਨ੍ਹਾਂ ਨੇ ਕੁਇਟ ਇੰਡੀਆ ਮੂਵਮੈਂਟ ਜੁਆਇਨ ਕੀਤੀ ਸੀਗੀ, ਜੋ ਕਿ 1942 ਦੇ ਵਿੱਚ ਆਪਣੀ ਚੱਲ ਰਹੀ ਸੀਗੀ। ਐਂਡ ਗਾਂਧੀ ਜੀ ਨੇ ਇਹਨਾਂ ਨੂੰ ਅਭੈ ਸਾਧਕ ਦਾ ਟਾਈਟਲ ਦਿੱਤਾ ਸੀਗਾ, ਇਹ ਆਪਣੇ ਲਈ ਇੰਪੋਰਟੈਂਟ ਹੈ। ਉਸ ਤੋਂ ਬਾਅਦ ਆਨੰਦ ਵੰਦ ਦੀ ਜੋ ਫਾਊਂਡੇਸ਼ਨ ਇਹਨਾਂ ਨੇ ਰੱਖੀ ਸੀਗੀ 1949 ਦੇ ਵਿੱਚ, ਕਿਹਨਾਂ ਲਈ, ਜੋ ਲੈਪਰੋਸੀ ਪੇਸ਼ੈਂਟ ਸੀਗੇ। ਐਂਡ ਨਰਮਦਾ ਬਚਾਓ ਅੰਦੋਲਨ ਦਾ ਵੀ ਪਾਰਟ ਇਹ ਰਹੇ ਸੀਗੇ। ਨੈਕਸਟ ਇਜ਼ ਇੱਕ ਬੁੱਕ ਮੈਂਸ਼ਨ ਸੀਗੀ ਨਿਊਜ਼ ਦੇ ਵਿੱਚ, ਲਾਈਫ ਲੋ ਐਂਡ ਲਿਟਰੇਚਰ ਰਿਫਲੈਕਸ਼ਨਸ ਆਫ ਅ ਜੱਜ। ਇਹ ਬੁੱਕ ਕਿਹਨਾਂ ਦੀ ਹੈਗੀ ਹੈ, ਜਸਟਿਸ ਐਨ ਆਨੰਦ ਵੈਂਕਟੇਸ਼, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼, RBI ਮੋਨੇਟਰੀ ਪੋਲਿਸੀ ਕਮੇਟੀ ਕੀਪਸ ਰੈਪੋ ਰੇਟ ਅਨਚੇਂਜਡ ਐਟ 5.25%, ਠੀਕ ਹੈ ਜੀ। ਜੋ RBI ਗਵਰਨਰ ਆਪਣੇ ਹੈਗੇ ਸੰਜੇ ਮਲਹੋਤਰਾ, ਉਹਨਾਂ ਨੇ ਰੈਪੋ ਰੇਟ, ਯਾਨੀ ਇਹਨੂੰ ਆਪਾਂ ਪੋਲਿਸੀ ਰੇਟ ਵੀ ਕਹਿ ਦਿੰਦੇ ਆ ਰੈਪੋ ਰੇਟ ਨੂੰ, ਕਈ ਵਾਰ ਕੁਐਸਚਨ ਆ ਚੁੱਕਿਆ। ਸੋ ਰੈਪੋ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਗਾ, 5.25% ਹੀ ਰੱਖਿਆਗਾ। ਐਂਡ ਆਪਣਾ ਜੋ ਇਨਫਲੇਸ਼ਨ ਹੈਗਾ ਉਹ 2.1% ਹੈਗਾ। ਐਂਡ CPI ਇਨਫਲੇਸ਼ਨ ਆਪਣਾ ਕੀ ਹੈਗਾ 2.1% ਆਪਣਾ ਟਾਰਗੇਟ ਹੈਗਾ, ਠੀਕ ਹੈ। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਰੀਸੈਂਟਲੀ CPI ਦਾ ਜੋ ਬੇਸ ਈਅਰ ਹੈ ਉਹਨੂੰ ਚੇਂਜ ਕੀਤਾ ਗਿਆ, ਉਹ ਹੁਣ ਆਪਣਾ ਬੇਸ ਈਅਰ ਕੀ ਹੈ ਤੁਸੀਂ ਮੈਨੂੰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ। ਇਸ ਤੋਂ ਬਾਅਦ ਆਪਣੀ ਜੋ ਗਰੋਥ ਪ੍ਰੋਜੈਕਸ਼ਨ ਕੀਤੀ ਹੈ RBI ਨੇ ਉਹ 7.4% ਕੀਤੀ ਹੈ, ਪਹਿਲਾਂ 7.3 ਕੀਤੀ ਸੀਗੀ, ਹੁਣ ਜੋ ਹੈ 7.4% ਕੀਤੀ ਹੈ। ਨੈਕਸਟ ਇਜ਼ ਰੈਪੋ ਰੇਟ, ਉਹ ਇੰਟਰਸਟ ਰੇਟ ਹੈਗਾ ਜਿਹਦੇ ਤੇ RBI ਕਮਰਸ਼ੀਅਲ ਬੈਂਕਸ ਨੂੰ ਲੈਂਡ ਕਰਦਾ ਹੈ ਪੈਸਾ ਸ਼ੋਰਟ ਟਰਮ ਲਈ ਅਗੇਂਸਟ ਗਵਰਨਮੈਂਟ ਸਿਕਿਉਰਿਟੀਜ਼, ਠੀਕ ਹੈ ਜੀ। ਸੋ ਸਪੋਜ਼ ਕਰੋ ਆਪਣੇ ਕਮਰਸ਼ੀਅਲ ਬੈਂਕਸ ਨੂੰ ਲੋੜ ਪੈ ਗਈ ਪੈਸੇ ਦੀ, ਸੋ ਉਹ RBI ਕੋਲ ਜਾਣਗੇ, ਠੀਕ ਹੈ, ਸ਼ੋਰਟ ਟਰਮ ਲਈ। ਐਂਡ RBI ਜੋ ਉਹਨਾਂ ਨੂੰ ਪੈਸਾ ਦਊਗਾ ਅਗੇਂਸਟ ਗਵਰਨਮੈਂਟ ਸਿਕਿਉਰਿਟੀਜ਼, ਠੀਕ ਹੈ ਜੀ। ਐਂਡ ਉਸ ਜਿਸ ਰੇਟ ਤੇ ਜੋ RBI ਪੈਸਾ ਦਊਗਾ ਉਹਨੂੰ ਆਪਾਂ ਕਹਿੰਦੇ ਰੈਪੋ ਰੇਟ। ਇੱਕ ਰਿਵਰਸ ਰੈਪੋ ਰੇਟ ਹੁੰਦਾ, ਇਹੀ ਆਪਾਂ ਰਿਵਰਸ ਕਰ ਦਈਏ ਕਿ ਜਦੋਂ RBI ਨੂੰ ਪੈਸੇ ਦੀ ਲੋੜ ਹੁੰਦੀ ਹੈ ਬੈਂਕਸ ਤੋਂ, ਉਸ ਟਾਈਮ ਤੇ ਜੋ ਰੇਟ ਹੁੰਦਾ ਗਾ ਉਹਨੂੰ ਆਪਾਂ ਰਿਵਰਸ ਰੈਪੋ ਰੇਟ ਕਹਿੰਦੇ ਆ। ਐਂਡ ਇਹ ਜੋ ਹੈ ਹਮੇਸ਼ਾ ਰੈਪੋ ਰੇਟ ਤੋਂ ਘੱਟ ਹੁੰਦਾ ਹੈਗਾ। ਐਟ ਪ੍ਰੈਜ਼ੈਂਟ ਕਿੰਨਾ ਹੈਗਾ 3.35%, ਇੰਪੋਰਟੈਂਟ ਹੈ ਤੁਸੀਂ ਸਾਰੇ ਯਾਦ ਰੱਖਣੇ ਆ। ਮਾਰਜਨਲ ਸਟੈਂਡਿੰਗ ਫੈਸਿਲਿਟੀ MSF ਰੇਟ ਆਪਣਾ ਹੈਗਾ 5.50%, ਬੈਂਕ ਰੇਟ ਆਪਣਾ ਹੈਗਾ 5.50%, SLR ਰੇਟ ਆਪਣਾ ਹੈਗਾ 18%। ਸੋ ਇਹ ਜੋ ਸਾਰੀ ਟਰਮਸ ਹੈ ਇਹ ਮੈਂ ਇਕਨੋਮਿਕਸ ਦੇ ਸਾਰੀ ਐਕਸਪਲੇਨ ਕੀਤੀਆਂ ਹੋਈਆਂ, ਦੁਬਾਰਾ ਮੈਂ ਐਕਸਪਲੇਨ ਨਹੀਂ ਕਰਾਂਗੀ, ਬਹੁਤ ਵੱਡੀ ਵੀਡੀਓ ਆਪਣੀ ਬਣ ਜੂਗੀ ਫਿਰ। ਨੈਕਸਟ ਐਂਡ ਕਾਫੀ ਇੰਪੋਰਟੈਂਟ ਨਿਊਜ਼ ਇਜ਼ ਵਿੰਟਰ ਓਲੰਪਿਕਸ ਆਪਣੇ ਚੱਲ ਰਹੇ ਨੇ। ਵਿੰਟਰ ਓਲੰਪਿਕਸ ਐਂਡ ਪੈਰਾਲੰਪਿਕਸ ਜੋ ਗੇਮਸ ਚੱਲ ਰਹੇ ਨੇ, ਕਿੱਥੇ ਚੱਲ ਰਹੇ ਨੇ, ਸਿਟੀ ਦਾ ਨਾਮ ਤੁਸੀਂ ਯਾਦ ਰੱਖਿਓ, ਮਿਲਾਨੋ ਕੋਰਟੀਨਾ ਇਟਲੀ ਦੇ ਵਿੱਚ ਹੈਗੀ ਹੈ। ਐਂਡ ਮਾਸਕਟ ਕਿਹੜੇ ਨੇ, ਟੀਨਾ ਐਂਡ ਮਿਲੋ। ਮਿਲੋ ਜੋ ਹੈ ਪੈਰਾਲੰਪਿਕ ਮਾਸਕਟ ਹੈਗਾ, ਠੀਕ ਹੈ, ਟੀਨਾ ਜੋ ਹੈ ਉਹ ਓਲੰਪਿਕ ਮਾਸਕਟ ਹੈ। ਬਾਕੀ ਜਦੋਂ ਕਨਕਲੂਡ ਹੋਣਗੇ ਗੇਮਸ, ਕਿਹੜੇ ਮੈਡਲਸ ਇੰਡੀਆ ਦੇ ਆਏ ਆ, ਕਿਹੜੀ ਪੋਜੀਸ਼ਨ ਰਹੀ ਹੈ, ਉਹ ਆਪਾਂ ਉਦੋਂ ਕਵਰ ਕਰਾਂਗੇ। ਨੈਕਸਟ ਇਜ਼ ਇੰਡੀਆ AI ਇੰਪੈਕਟ ਸਮਿਟ 2026 ਜੋ ਹੈ ਇਹ ਇੰਡੀਆ ਨੇ ਆਰਗੇਨਾਈਜ਼ ਕੀਤੀ ਹੈ, ਹੋਸਟ ਕੀਤੀ ਹੈ। ਸੋ ਇੰਡੀਆ ਇਜ਼ ਹੋਸਟਿੰਗ ਦਾ ਇੰਡੀਆ AI ਇੰਪੈਕਟ ਸਮਿਟ 2026, ਦੀ ਫਸਟ ਗਲੋਬਲ AI ਸਮਿਟ ਇਨ ਦਾ ਗਲੋਬਲ ਸਾਊਥ, ਯਾਨੀ ਕਿ ਜੋ ਸਾਊਥ ਦੇ ਵਿੱਚ ਜੋ ਕੰਟਰੀਜ਼ ਲਾਈਕ ਕਰਦੀਆਂ, ਜਿਵੇਂ ਕਿ ਇੰਡੀਆ ਹੋ ਗਿਆ, ਅਫਰੀਕਾ ਹੋ ਗਿਆ, ਜਾਂ ਫਿਰ ਬ੍ਰਾਜ਼ੀਲ, ਜੋ ਡਿਵੈਲਪਿੰਗ ਨੇਸ਼ਨਸ ਹੈਗੀਆਂ, ਇਹਨਾਂ ਦੀ ਜੋ ਹੈ ਇਹ AI ਇੰਪੈਕਟ ਸਮਿਟ ਇੰਡੀਆ ਨੇ ਆਰਗੇਨਾਈਜ਼ ਕੀਤੀ ਹੈ। ਐਂਡ ਇਹਦੇ ਵਿੱਚ 3 ਸੂਤਰਾਸ ਨੂੰ ਮੈਂਸ਼ਨ ਕੀਤਾ ਗਿਆ ਸੀਗਾ, ਪੀਪਲ, ਪਲੈਨਟ ਐਂਡ ਪ੍ਰੋਗਰੈਸ, ਇਹ ਤੁਸੀਂ ਯਾਦ ਰੱਖਿਓ। ਐਂਡ ਇੱਕ ਡੈਕਲੇਰੇਸ਼ਨ ਨਿਊਜ਼ ਦੇ ਵਿੱਚ ਸੀਗਾ, ਇਸੇ ਤੋਂ ਰਿਲੇਟਡ ਹੈ AI ਤੋਂ ਹੀ, ਬਲੈਚਲੇ ਡੈਕਲੇਰੇਸ਼ਨ, ਇਹ 2023 ਦੇ ਵਿੱਚ UK ਦੇ ਵਿੱਚ ਸਾਈਨ ਹੋਇਆ ਸੀਗਾ। ਇਹਦਾ ਫੋਕਸ ਸੀਗਾ ਟੂ ਆਈਡੈਂਟੀਫਾਈ AI ਸੇਫਟੀ ਰਿਸਕ, ਠੀਕ ਹੈ ਜੀ। ਸੋ ਇਹ ਡੈਕਲੇਰੇਸ਼ਨ ਤੁਸੀਂ ਥੋੜਾ ਯਾਦ ਰੱਖਿਓ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਇੱਕ ਤਡੋਬਾ ਅੰਧੇਰੀ ਟਾਈਗਰ ਰਿਜ਼ਰਵ ਹੈ, ਇਹ ਨਿਊਜ਼ ਦੇ ਵਿੱਚ ਸੀਗਾ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਐਂਡ ਮਹਾਰਾਸ਼ਟਰ ਦੇ ਵਿੱਚ ਹੋਰ ਕਿਹੜੇ ਟਾਈਗਰ ਰਿਜ਼ਰਵਸ ਨੇ ਉਹਨਾਂ ਦੀ ਲਿਸਟ ਤੁਸੀਂ ਬਣਾ ਲਿਓ। ਨੈਕਸਟ ਐਂਡ ਲਾਸਟ ਨਿਊਜ਼ ਆਪਣੀ ਅੱਜ ਦੀ ਹੈਗੀ ਹੈ ਪੰਜਾਬ ਤੋਂ ਰਿਲੇਟਡ, ਵਾਈਜ਼ ਓਲ ਲਿਟਰੇਰੀ ਅਵਾਰਡ 2026 ਜੋ ਹੈ ਉਹ ਅਨਾਊਂਸ ਕੀਤੇ ਜਾਣਗੇ, ਹੁਣ ਦਿੱਤੇ ਜਾਣਗੇ ਕਿੱਥੇ, ਨਿਊ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਠੀਕ ਹੈ ਜੀ। ਜਸਟ ਰੀਜਨ ਬੇਸਡ ਨਿਊਜ਼ ਹੈਗੀ ਹੈ, ਡਾਇਰੈਕਟ ਕੁਐਸਚਨ ਆ ਸਕਦਾ ਵੀ ਇਹ ਜੋ ਲਿਟਰੇਰੀ ਅਵਾਰਡ ਹੈ ਉਹ ਕਿੱਥੇ ਦਿੱਤੇ ਗਏ ਸੀਗੇ। ਸੋ ਦਿਸ ਵਾਜ਼ ਆਲ ਅਬਾਊਟ ਦਾ ਕਰੰਟ ਅਫੇਅਰਸ ਨਿਊਜ਼ ਟੂਡੇ। ਐਂਡ ਆਪਣੀ ਵੈਬਸਾਈਟ ਹੈਗੀ ਹੈ www.ਸੰਘਰਸ਼.com, ਐਪ ਤੁਹਾਨੂੰ ਮਿਲ ਜੂਗੀ ਪਲੇ ਸਟੋਰ 'ਤੇ, ਇਹ ਆਪਣਾ ਲੋਗੋ ਹੈਗਾ। ਐਂਡ ਇਸ PDF ਨੂੰ ਲੈਣ ਲਈ ਤੁਸੀਂ ਟੈਲੀਗ੍ਰਾਮ 'ਤੇ ਆਪਣਾ ਚੈਨਲ ਬਣਿਆ ਹੋਇਆ ਹੈਗਾ, ਸੰਘਰਸ਼ ਅਕੈਡਮੀ PDFs ਐਂਡ ਜੋਬ ਅਪਡੇਟਸ ਨਾਮ ਤੋਂ। ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ ਐਂਡ ਉੱਥੇ ਤੁਹਾਨੂੰ ਇਹ PDF ਮਿਲ ਜੂਗਾ। ਥੈਂਕ ਯੂ ਸੋ ਮਚ ਫॉर ਵਾਚਿੰਗ।